हाँ जी दोस्तों, मैं हाँ ਤੁਹਾਡਾ ਆਪਣਾ ਬੂਟਾ ਸਿੰਘ ਬਸਤੀ ਤੇ ਤੁਸੀਂ ਵੇਖ ਰਹੇ ਹੋ ਟੀਵੀ ਸਾਂਝੀ ਸੋਚ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਾਸ ਮੁਲਾਕਾਤ ਤੇ ਅੱਜ ਆਪਾਂ ਫਿਰ ਇੱਕ ਖਾਸ ਤੇ ਅਹਿਮ ਸ਼ਖਸੀਅਤ ਨਾਲ ਗੱਲ ਕਰਾਂਗੇ ਜਿਨ੍ਹਾਂ ਦਾ ਕਾਫੀ ਯੋਗਦਾਨ ਰਿਹਾ ਹੈ ਕੈਲੀਫੋਰਨੀਆ ਦੀ ਸੰਗਤ ਦੇ ਵਿੱਚ ਭਾਈਚਾਰੇ ਦੇ ਵਿੱਚ ਤੇ ਖਾਸ ਕਰ ਫਰੀਮਨ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦਾ ਕਾਫੀ ਲੰਬੇ ਸਮੇਂ ਤੋਂ ਜਦ ਦੇ ਉਹ ਅਮਰੀਕਾ ਆਏ ਨੇ ਉਹ ਇਨਵੋਲਵ ਰਹੇ ਨੇ। ਤੁਹਾਨੂੰ ਪਤਾ ਹੀ ਆ ਵੀ 12 ਮਾਰਚ 2023 ਦਿਨ ਐਤਵਾਰ ਨੂੰ ਫਰੀਮਨ ਗੁਰਦੁਆਰਾ ਸਾਹਿਬ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ। ਉਸੇ ਸੰਬੰਧ ਵਿੱਚ ਅਸੀਂ ਲਗਾਤਾਰ ਪਿਛਲੇ ਕੁਝ ਹਫ਼ਤਿਆਂ ਤੋਂ ਟਾਕ ਸ਼ੋ ਕਰਦੇ ਆ ਰਹੇ ਹਾਂ ਤੇ ਅੱਜ ਵੀ ਅਸੀਂ ਸਿੱਖ ਸੰਗਤ ਬੇਰੀਆ ਸਲੇਟ ਦੇ ਇੱਕ ਸਪੋਰਟਰ ਨਾਲ ਗੱਲਬਾਤ ਕਰਾਂਗੇ ਤੇ ਇੱਕ ਤੇ ਮੈਂ ਇੱਕ ਕਲੀਅਰ ਕਰਨਾ ਚਾਹਾਂਗਾ ਵੀ ਮੈਂ ਖੁਦ ਬੂਟਾ ਸਿੰਘ ਬਾਸੀ ਸਾਂਝੀ ਸੋਚ ਟੀਵੀ ਜਾਂ ਅਖਬਾਰ ਕਿਸੇ ਵੀ ਧਿਰ ਨੂੰ ਕੋਈ ਸਪੋਰਟ ਨਹੀਂ ਕਰਦਾ ਤੇ ਮੈਂ ਦੂਜੀ ਧਿਰ ਜਿਹੜੀ ਕਿ ਸਿੱਖ ਪੰਚਾਇਤ ਆ ਉਹਨਾਂ ਨੂੰ ਵੀ ਖੁੱਲਾ ਸੱਦਾ ਦਿੰਦਾ ਵੀ ਉਹ ਜਦੋਂ ਵੀ ਚੋਣ ਸਾਡੇ ਇਸ ਅਦਾਰੇ ਨਾਲ ਕੰਟੈਕਟ ਕਰਕੇ ਆਪਣਾ ਟਾਕ ਸ਼ੋ ਜਾਂ ਆਪਣਾ ਪੱਖ ਰੱਖ ਸਕਦੇ ਨੇ। ਪਰ ਅੱਜ ਅਸੀਂ ਗੱਲਬਾਤ ਕਰਾਂਗੇ ਮਾਨਯੋਗ ਸਰਦਾਰ ਗੁਰਚਰਨ ਸਿੰਘ ਮਾਨ ਜੋ ਕਿ ਸਿੱਖ ਸੰਗਤ ਬੇਰੀਆ ਸਲੇਟ ਦੇ ਬਹੁਤ ਹੀ ਅਹਿਮ ਸਪੋਰਟਰ ਨੇ। ਤਾਂ ਆਪਾਂ ਇਹਨਾਂ ਨੂੰ ਥਿੰਕਿੰਗ ਟੈਂਕ ਵੀ ਕਹਿ ਸਕਦੇ ਹਾਂ। ਸੋ ਮੈਂ ਜੀ ਆਇਆਂ ਆਖ ਰਿਹਾ ਮਾਨ ਸਾਹਿਬ ਨੂੰ। ਮਾਨ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਂਝੀ ਸੋਚ ਟੀਵੀ ਤੇ ਆਉਣ ਲਈ ਐਂਡ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਸੀ ਸਾਹਿਬ ਆਪ ਜੀ ਨੂੰ ਰੇਡੀਓ ਸਾਂਝੀ ਸੋਚ ਦੇ ਜਿੰਨੇ ਵੀ ਇਸ ਵੇਲੇ ਸਰੋਤੇ ਜਾਂ ਦਰਸ਼ਕ ਆਪਣੇ ਨਾਲ ਜੁੜ ਚੁੱਕੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਮਾਨ ਸਾਹਿਬ ਆਪਾਂ ਸਿੱਧਾ ਹੀ ਸਵਾਲਾਂ ਵੱਲ ਜਾਵਾਂਗੇ ਵੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਚੋਣਾਂ ਆ ਚੁੱਕੀਆਂ ਨੇ 12 ਮਾਰਚ ਨੂੰ ਅਗਲੇ ਮਹੀਨੇ ਹੋ ਰਹੀਆਂ ਨੇ। ਤੁਸੀਂ ਕਾਫੀ ਲੰਬੇ ਸਮੇਂ ਤੋਂ ਇਸ ਪ੍ਰੋਸੈਸ ਦੇ ਵਿੱਚ ਰਹੇ ਹੋ, ਆਪ ਵੀ ਚੋਣ ਲੜੀ ਹੈਗੀ ਆ, ਜਿਹੜਾ ਸਿੱਖ ਪੰਚਾਇਤ ਦਾ ਹਿੱਸਾ ਵੀ ਰਹੇ ਹੋ। ਤਾਂ ਸਭ ਤੋਂ ਮੇਰਾ ਪਹਿਲਾ ਸਵਾਲ ਤੁਹਾਨੂੰ ਹੋਏਗਾ ਵੀ ਜਿਵੇਂ ਤੁਹਾਡੇ ਵੱਲੋਂ ਇਲਜ਼ਾਮ ਲਾਏ ਜਾ ਰਹੇ ਨੇ ਵੀ ਪਿਛਲੀ ਵਾਰ ਜਿਹੜੀਆਂ ਚੋਣਾਂ ਹੋਈਆਂ ਸੀ ਵੀ ਉਹ ਪਾਰਦਰਸ਼ੀ ਨਹੀਂ ਹੋਈਆਂ, ਦੂਜੀ ਧਿਰ ਨੇ ਜਾਂ ਜਿਹੜੀ ਇਸ ਵੇਲੇ ਮੌਜੂਦਾ ਕਾਬਜ ਧਿਰ ਹੈਗੀ ਆ ਉਹਨਾਂ ਨੇ ਕਾਫੀ ਧਾਂਦਲੀਆਂ ਕੀਤੀਆਂ ਸੀਗੀਆਂ। ਸੋ ਤੁਹਾਨੂੰ ਕੀ ਲੱਗਦਾ ਵੀ ਇਸ ਵਾਰ ਜਿਹੜੀਆਂ ਚੋਣਾਂ ਹੈਗੀਆਂ ਆ ਇਹ ਪਾਰਦਰਸ਼ੀ ਹੋਣਗੀਆਂ ਜਾਂ ਇਸ ਵਾਰ ਵੀ ਕਿਸੇ ਤਰ੍ਹਾਂ ਦੇ ਜਿਹੜੀ ਕਹਿ ਲਓ ਵੀ ਧਾਂਦਲੀਆਂ ਹੋਣ ਦੇ ਹਾਲਾਤ ਬਣਦੇ ਜਾ ਰਹੇ ਨੇ? ਇਹਦੇ ਬਾਰੇ ਸੰਗਤ ਨੂੰ ਸਪਸ਼ਟ ਕਰੋ ਜੀ। ਬਾਸੀ ਸਾਹਿਬ ਜਿਹੜੀ ਪਿਛਲੀ ਇਲੈਕਸ਼ਨ ਹੋਈ ਸੀ ਉਹ ਕੋਰਟ ਦੇ ਵਿੱਚ ਕੇਸ ਚੱਲਿਆ ਸੀਗਾ ਤੇ ਉਹਦੇ ਵਿੱਚ 235 ਜਿਹੜੇ ਬੰਦੇ ਸੀਗੇ ਡੀਐਮਬੀ ਦੇ ਰਿਕਾਰਡ ਮੁਤਾਬਕ ਉਹ ਟ੍ਰੇਸੀ ਮੰਟੀਕਾ ਤੇ ਹੋਰ ਥਾਵਾਂ ਤੋਂ ਆ ਕੇ ਵੋਟ ਪਾ ਗਿਆ ਸੀਗੇ। ਤੇ ਇਸ ਵਾਰੀ ਜਿਹੜਾ ਸਵਾਲ ਤੁਹਾਡਾ ਹੈਗਾ ਕਿ ਧਾਂਦਲੀਆਂ ਹੋਣਗੀਆਂ ਜਾਂ ਨਹੀਂ ਹੋਣਗੀਆਂ, ਧਾਂਦਲੀਆਂ ਬੇਨਜ਼ਮੀਆਂ ਸ਼ੁਰੂ ਹੋ ਚੁੱਕੀਆਂ ਨੇ। ਜਸਵਿੰਦਰ ਸਿੰਘ ਜੰਡੀ ਜਿਹੜੇ ਕਿ ਇਲੈਕਸ਼ਨ ਕਮਿਸ਼ਨਰ ਨੇ ਸੁਪਰੀਮ ਕੌਂਸਲ ਨੇ ਬਣਾਏ, ਉਹਨਾਂ ਨੇ ਇਹ ਪਹਿਲ ਕਰ ਦਿੱਤੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਸਟੇਜ ਦੇ ਉੱਤੋਂ ਆਪਾਂ ਤੁਹਾਨੂੰ ਜਿਹੜੀ ਆ ਉਹਨਾਂ ਦੀ ਜਿਹੜੀ ਜਵਾਨੀ ਉਹ ਕੀ ਕਹਿੰਦੇ ਹੈਗੇ, ਆਪਣੀ ਜਵਾਨੀ ਕੀ ਕਹਿੰਦੇ ਆ ਉਹ ਵੀ ਸੁਣਾਵਾਂਗੇ। ਪਰ ਮੈਂ ਇੰਨਾ ਜ਼ਰੂਰ ਦੱਸਾਂਗਾ ਕਿ ਜਸਵਿੰਦਰ ਸਿੰਘ ਜੰਡੀ ਨੇ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਜਿਹੜੀ ਸਿੱਖ ਪੰਚਾਇਤ ਦੇ ਉਮੀਦਵਾਰ ਆ ਉਹਨਾਂ ਨੂੰ ਪ੍ਰਮੋਟ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਆ ਗਲੀ ਗਲੀ ਦੇ ਵਿੱਚ ਫੇਸਬੁੱਕ ਤੇ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਦੁਰਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਹੜੀ ਕਿ ਇੱਕ ਇਲੈਕਸ਼ਨ ਕਮਿਸ਼ਨਰ ਦੀ ਜ਼ਿੰਮੇਵਾਰੀ ਨਹੀਂ ਹੈ। ਅਗਰ ਉਹਨੇ ਜਸਵਿੰਦਰ ਸਿੰਘ ਜੰਡੀ ਨੇ ਸਿੱਖ ਪੰਚਾਇਤ ਦੇ ਹੱਕ ਦੇ ਵਿੱਚ ਭੁਗਤਣਾ ਆ ਤੇ ਮੈਂ ਪਹਿਲਾਂ ਹੀ ਇਹ ਕਹਿ ਦਿੰਦਾ ਕਿ ਜਸਵਿੰਦਰ ਸਿੰਘ ਜੰਡੀ ਨੂੰ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਹਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਤੇ ਉਹਦੇ ਵਾਸਤੇ ਸਾਨੂੰ ਸਿੱਖ ਪੰਚਾਇਤ ਨੂੰ ਕੋਈ ਨਿਰਪੱਖ ਰਿਟਾਇਰ ਜੱਜ ਜਿਹੜਾ ਆ ਉਹ ਇਲੈਕਸ਼ਨ ਕਰਾਉਣ ਦੇ ਲਈ ਲੈ ਆਉਣਾ ਚਾਹੀਦਾ। ਨਹੀਂ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ ਜਿਸ ਤਰ੍ਹਾਂ ਜਸਵਿੰਦਰ ਸਿੰਘ ਜੰਡੀ ਨੇ ਸ਼ੁਰੂਆਤ ਕਰ ਲਈ ਆ ਤੇ ਅੱਗੇ ਤਾਂ ਜਿਹੜੀਆਂ ਧਾਂਦਲੀਆਂ ਵੋਟਾਂ ਵਾਲੇ ਦਿਨ ਹੁੰਦੀਆਂ ਸੀ, ਹੁਣ ਇਹ ਧਾਂਦਲੀਆਂ ਜਿਹੜੀਆਂ 1 ਮਹੀਨਾ ਪਹਿਲਾਂ ਸ਼ੁਰੂ ਹੋ ਗਈਆਂ ਜੀ। ਮਾਨ ਸਾਹਿਬ ਮੇਰੇ ਖਿਆਲ ਤੁਸੀਂ ਉਸ ਵੀਡੀਓ ਦੇ ਬਾਰੇ ਗੱਲ ਕਰ ਰਹੇ ਆ ਜਿਹੜੀ ਤੁਸੀਂ ਸਾਨੂੰ ਦਿੱਤੀ ਸੀਗੀ ਤੇ ਮੈਂ ਇਸ ਵੇਲੇ ਵੀਡੀਓ ਨੰਬਰ 1 ਪਲੇ ਕਰਾਂਗਾ ਸਕਰੀਨ ਤੇ ਜੋ ਕਿ ਆਪਾਂ ਸੰਗਤ ਨੂੰ ਦਿਖਾਉਣੇ ਆ ਤੇ ਫਿਰ ਆਪਾਂ ਉਸ ਵੀਡੀਓ ਦੇ ਬਾਰੇ ਗੱਲਬਾਤ ਕਰਾਂਗੇ। ਖਾਸ ਕਰਕੇ ਹੁਕਮਨਾਮਾ ਲੈ ਕੇ 5 ਕੈਂਡੀਡੇਟ ਜਿਹੜੇ ਆ ਗੁਰੂ ਦੀ ਆਸ਼ੀਰਵਾਦ ਲੈ ਕੇ ਜੋ ਚੁਣੇ ਗਏ ਆ ਉਹਨਾਂ ਨੂੰ ਸਿੱਖ ਪੰਚਾਇਤ ਵੱਲੋਂ ਜੋ ਸੇਵਾ ਲਈ ਸਲੇਟ ਬਣਾ ਕੇ ਆਪ ਸੰਗਤਾਂ ਦੇ ਪੇਸ਼ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਭਾਈ ਜਸਪ੍ਰੀਤ ਸਿੰਘ ਜੀ ਅਟਵਾਲ, ਭਾਈ ਹਰਪ੍ਰੀਤ ਸਿੰਘ ਜੀ ਬੈਂਸ,
ਭੈਣ ਜੀ ਸੁਰਿੰਦਰਜੀਤ ਕੌਰ ਅਤੇ ਭਾਈ ਜਸਵੰਤ ਸਿੰਘ ਜੀ ਅਤੇ ਭਾਈ ਰਜਿੰਦਰ ਸਿੰਘ ਜੀ ਰਾਜਾ, ਇਹ ਜੋ ਕੈਂਡੀਡੇਟ ਨੇ, ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਸੰਗਤਾਂ ਇਹਨਾਂ ਨੂੰ ਸੇਵਾ ਦੇ ਕੇ ਨਵਾਜਿਓ। ਜੋ ਸੇਵਾ ਆਉਣ ਵਾਲੇ ਸਮੇਂ ਦੇ ਵਿੱਚ 2 ਸਾਲ ਦੀ ਸੇਵਾ ਇਹ ਨਿਭਾ ਸਕਣ। 12 ਮਾਰਚ ਨੂੰ ਜੋ ਵੋਟਾਂ ਪੈਣੀਆਂ, ਦਾਸ ਇਹ ਆਪਣੀ ਡਿਊਟੀ ਸਮਝਦਾ ਸੀ ਕਿ ਆਪ ਸੰਗਤਾਂ ਨੂੰ ਆਉਣ ਵਾਲੇ ਸੇਵਾਦਾਰਾਂ ਬਾਰੇ ਦੱਸਿਆ ਜਾਵੇ ਅਤੇ ਆਪ ਸੰਗਤਾਂ ਦੀ ਜਿਹੜੀ ਵੋਟ ਆ ਇਹਨਾਂ ਨੂੰ ਪਾ ਕੇ ਕਾਫੀ ਪ੍ਰੋਜੈਕਟ ਕੀਤੇ ਆ, ਜਿਨ੍ਹਾਂ ਵਿੱਚੋਂ 3 ਸੁਪਰੀਮ ਕੌਂਸਲ ਮੈਂਬਰ 10 ਦੇ ਨਾਲ ਵੀ ਸੇਵਾ ਕਰ ਚੁੱਕੇ ਆ। ਆਪ ਸੰਗਤਾਂ ਨੂੰ ਪਤਾ ਹੀ ਹੈ ਕਿ ਕਿੰਨੇ ਪ੍ਰੋਜੈਕਟ ਹੋਏ ਆ, ਕਿੰਨੀ ਕੁ ਸੇਵਾ ਹੋਈ ਹੈ, ਕਿਸ ਤਰ੍ਹਾਂ ਤਨਦੇਹੀ ਦੇ ਨਾਲ ਇਹਨਾਂ ਸੇਵਾਦਾਰਾਂ ਨੇ ਸੇਵਾ ਕੀਤੀ ਹੈ, ਅਤੇ ਆਪਾਂ ਇਹਨਾਂ ਨੂੰ ਦੁਬਾਰਾ ਸੇਵਾ ਦੇਣ ਦਾ ਮੌਕਾ ਦੇਣਾ ਹੈ। ਅਤੇ ਆਪ ਸੰਗਤਾਂ ਨੂੰ ਪਤਾ ਹੀ ਹੈ ਕਿ ਅਸੀਂ ਪਿਛਲੇ 3 ਸਾਲ ਬਹੁਤ ਔਖੇ ਸਮੇਂ 'ਚ ਹੀ ਨਿਕਲੇ ਹਾਂ, ਕਿਉਂਕਿ ਸਾਡੇ 'ਤੇ 12 ਕੇਸ ਹੋਏ ਸੀ, 12 ਦੇ 12 ਹੀ ਅਸੀਂ ਜਿੱਤੇ ਹਾਂ, ਦੂਸਰੀ ਪਾਰਟੀ 12 ਕੇਸ ਹਾਰੀ ਆ, ਅਤੇ ਆਉਣ ਵਾਲੇ ਸਮੇਂ ਪਤਾ ਨਹੀਂ ਕਿੱਦਾਂ ਦੇ ਆਉਣੇ ਆ। ਸੋ ਆਪਾਂ ਨੇ ਇਹੋ ਜਿਹਾ ਸੇਵਾਦਾਰ ਲਿਆਉਣੇ ਜਿਹੜੇ ਇਹਨਾਂ ਚੀਜ਼ਾਂ ਤੋਂ ਨਿਰਪੱਖ ਅਤੇ ਸੇਵਾਦਾਰ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਆਪਾਂ ਹੁਣ ਖਾਲਸਾ ਸਕੂਲ ਦੇ ਬੱਚਿਆਂ ਤੋਂ ਕੀਰਤਨ ਸਰਵਣ ਕਰੀਏ। ਹਾਂਜੀ ਮਾਨ ਸਾਹਿਬ, ਆਪਾਂ ਵੀਡੀਓ ਇੱਕ ਦੇਖੀ ਹੈਗੀ ਆ ਜੋ ਕਿ ਤੁਸੀਂ ਦਿੱਤੀ ਸੀਗੀ। ਇਹਦੇ ਵਿੱਚ ਬੈਕਗ੍ਰਾਉਂਡ 'ਚ ਮੇਰੇ ਖਿਆਲ 'ਚ ਕੋਈ ਸੈਕਟਰੀ ਸਾਹਿਬ ਬੋਲ ਰਹੇ ਨੇ, ਸੋ ਤੁਸੀਂ ਪਹਿਲਾਂ ਤਾਂ ਇਹ ਦੱਸੋ ਵੀ ਜਿਹੜੇ ਵਿਅਕਤੀ ਬੋਲ ਰਹੇ ਨੇ ਉਹ ਕੌਣ ਨੇ? ਇਹ ਜਸਵਿੰਦਰ ਸਿੰਘ ਜੰਡੀ ਆ ਜੀ। ਆਮ ਲੋਕਾਂ ਨੂੰ ਉਹਦੀ ਆਵਾਜ਼ ਦਾ ਪਤਾ। ਜਸਵਿੰਦਰ ਸਿੰਘ ਜੰਡੀ, ਜਿਹੜੇ ਕਿ ਗੁਰਦੁਆਰਾ ਸਾਹਿਬ ਫਰੀਮੌਂਟ ਦੀ 2012 ਦੇ ਵਿੱਚ ਹੋਣ ਵਾਲੀ ਇਲੈਕਸ਼ਨ ਦੇ ਲਈ ਇਲੈਕਸ਼ਨ ਕਮਿਸ਼ਨਰ ਨੇ, ਮੌਜੂਦਾ ਸੁਪਰੀਮ ਕੌਂਸਲ ਨੇ ਇਹਨਾਂ ਨੂੰ ਇਹ ਜ਼ਿੰਮੇਵਾਰੀ ਇਲੈਕਸ਼ਨ ਕਮਿਸ਼ਨਰ ਦੀ ਦਿੱਤੀ ਆ ਜੀ। ਜੋ ਉਹਨਾਂ ਨੇ ਵੀਡੀਓ ਦੇ ਵਿੱਚ ਕੈਂਪੇਨ ਕੀਤਾ ਹੈਗਾ ਆ ਸਿੱਖ ਪੰਚਾਇਤ ਦੇ ਉਮੀਦਵਾਰਾਂ ਵਾਸਤੇ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਕੀ ਉਹ ਇਹ ਸਹੀ ਕਰ ਰਹੇ ਨੇ ਜਾਂ ਉਹ ਚੋਣ ਜਾਬਤਾ ਜਿਹਨੂੰ ਕਹਿ ਲਈਏ ਜਾਂ ਚੋਣ ਦੇ ਜਿਹੜੇ ਇੱਥੇ ਦੇ ਕਾਨੂੰਨ ਨੇ ਉਹਨਾਂ ਦੀ ਉਲੰਘਣਾ ਕਰ ਰਹੇ ਨੇ? ਬਾਸੀ ਸਾਹਿਬ, ਸੁਪਰੀਮ ਕੌਂਸਲ ਨੇ ਜਸਵਿੰਦਰ ਸਿੰਘ ਜੰਡੀ ਨੂੰ ਇਲੈਕਸ਼ਨ ਕਮਿਸ਼ਨਰ ਤਾਂ ਬਣਾ ਦਿੱਤਾ, ਪਰ ਮੇਰੇ ਖਿਆਲ ਮੁਤਾਬਿਕ ਜਾਂ ਜਿਹੜੀ ਬਾਹਰ ਚੁੰਝ ਚਰਚਾ ਚੱਲਦੀ ਆ ਲੋਕਾਂ ਦੇ ਵਿੱਚ, ਉਹਦੇ ਮੁਤਾਬਿਕ ਜਸਵਿੰਦਰ ਸਿੰਘ ਜੰਡੀ ਨੂੰ ਇੱਕ ਜ਼ੀਰੋ ਨੌਲੇਜ ਹੈਗਾ ਇਲੈਕਸ਼ਨ ਦਾ। ਜੇ ਜਸਵਿੰਦਰ ਸਿੰਘ ਜੰਡੀ ਨੇ ਇਹ ਡਿਊਟੀ ਕਰਨੀ ਸੀਗੀ, ਸਭ ਤੋਂ ਪਹਿਲਾਂ ਉਸ ਨੂੰ ਅਮਰੀਕਾ ਦਾ ਜੋ ਫੈਡਰਲ ਇਲੈਕਸ਼ਨ ਕਮਿਸ਼ਨ ਹੈਗਾ ਆ ਉਹਦੇ ਬਾਰੇ ਸਟੱਡੀ ਕਰ ਲੈਣੀ ਚਾਹੀਦੀ ਸੀ, ਤਾਂ ਕਿ ਉਹ ਇੱਕ ਫੇਅਰ ਇਲੈਕਸ਼ਨ ਜਿਹੜੀ ਕਰਾ ਸਕਦਾ। ਸੋ ਮੇਰੇ ਖਿਆਲ ਮੁਤਾਬਕ ਜਸਵਿੰਦਰ ਸਿੰਘ ਜੰਡੀ ਨੂੰ ਆਪਣੀ ਜ਼ਿੰਮੇਵਾਰੀ ਜਿਹੜੀ ਆ ਉਹਦੇ ਬਾਰੇ ਕੋਈ ਨੌਲੇਜ ਨਹੀਂ ਹੈਗਾ। ਜੋ ਕੁਛ ਉਹਨੂੰ ਪਿੱਛੋਂ ਦੱਸ ਦਿੱਤਾ ਜਾਂਦਾ ਉਹ ਕਰਦਾ ਹੈਗਾ। ਸੋ ਸਾਡੇ ਲਈ, ਸਿੱਖ ਸੰਗਤ ਲਈ, ਬੇਰੀਏ ਦੇ ਲਈ, ਗੁਰਦੁਆਰਾ ਸਾਹਿਬ ਫਰੀਮੌਂਟ ਦੇ ਲਈ ਇੱਕ ਇਹ ਕਾਲਾ ਦਿਨ ਹੋਊਗਾ ਜਿਸ ਦਿਨ ਜਸਵਿੰਦਰ ਸਿੰਘ ਜੰਡੀ ਇਸ ਤਰ੍ਹਾਂ ਦੀਆਂ ਧਾਂਜਲੀਆਂ ਕਰ ਰਿਹਾ ਹੈਗਾ। ਇਲੈਕਸ਼ਨ ਵਾਲੇ ਦਿਨ ਵੀ ਇੱਕ ਜਿਹੜਾ ਬਲੈਕ ਡੇ ਹਿਸਟਰੀ ਦੇ ਵਿੱਚ ਲਿਖਿਆ ਜਾਊਗਾ ਕਿ ਇੱਕ ਅਨਪੜ੍ਹ, ਇੱਕ ਇਲੈਕਸ਼ਨ ਕਮਿਸ਼ਨ ਦੀ ਡਿਊਟੀ ਨਿਭਾਉਣ ਵਾਲਾ ਬੰਦਾ ਜਿਹੜਾ ਆ ਉਹ ਕਿਸ ਤਰ੍ਹਾਂ ਗੁਰਦੁਆਰੇ ਦੀ ਸਟੇਜ ਤੋਂ ਬੇਅਦਬੀਆਂ, ਝੂਠ ਬੋਲ ਰਿਹਾ ਹੈਗਾ ਤੇ ਸੰਗਤ ਨੂੰ ਗੁੰਮਰਾਹ ਕਰ ਰਿਹਾ। ਜੀ ਮਾਨ ਸਾਹਿਬ, ਤੁਸੀਂ ਹੁਣੇ ਇੱਕ ਗੱਲ ਕਹੀ ਹੈਗੀ ਆ ਵੀ ਜੋ ਕੁਝ ਇਸ ਨੂੰ ਪਿੱਛੋਂ ਦੱਸ ਦਿੱਤਾ ਜਾਂਦਾ ਆ ਇਹ ਉਹੀ ਕਰਦਾ ਆ। ਤੁਹਾਡਾ ਇਸ ਦੇ ਪਿੱਛੇ ਕੀ ਕਹਿਣਾ ਹੈ ਵੀ ਕੌਣ ਇਹਨੂੰ ਪਿੱਛੋਂ ਕੰਟਰੋਲ ਕਰ ਰਿਹਾ ਆ, ਜਾਂ ਕਿ ਇਹਦੀ ਜਿਹੜੀ ਕਮਾਂਡ ਹੈਗੀ ਉਹ ਕਿੱਥੋਂ ਆ ਰਹੀ ਆ? ਉਹ ਸੰਗਤ ਦੇ ਨਾਲ ਥੋੜਾ ਕਲੀਅਰ ਕਰੋ। ਇਸ ਤੋਂ ਪਹਿਲਾਂ ਮੈਂ ਵੀਡੀਓ ਦੇ ਬਾਰੇ ਕੁਝ ਹੋਰ ਸਵਾਲ ਤੁਹਾਨੂੰ ਕਰਾਂ। ਬਾਸੀ ਸਾਹਿਬ, ਇਟਸ ਵੈਰੀ ਸਿੰਪਲ। ਆਪਾਂ ਅਮਰੀਕਾ ਦੇ ਵਿੱਚ ਰਹਿੰਦੇ ਹਾਂ, ਇੱਥੇ ਇਲੈਕਸ਼ਨਾਂ ਹੁੰਦੀਆਂ। ਇਲੈਕਸ਼ਨ ਕਮਿਸ਼ਨ ਜਿਹੜਾ ਹਮੇਸ਼ਾ ਇੰਡੀਪੈਂਡੈਂਟ ਰਹਿੰਦਾ, ਉਹਦੀ ਜ਼ਿੰਮੇਵਾਰੀ ਇਹ ਹੁੰਦੀ ਆ ਕਿ ਦੋਨਾਂ ਧਿਰਾਂ ਨੂੰ ਕੰਪਰੋਮਾਈਜ਼ ਕਰਕੇ ਇਲੈਕਸ਼ਨ ਫੇਅਰ ਕਰਾਵੇ। ਪਰ ਜਸਵਿੰਦਰ ਸਿੰਘ ਜੰਡੀ ਇਹਦੇ ਕਾਬਲ ਨਹੀਂ ਹੈਗਾ। ਉਹਨੂੰ ਪਿੱਛੋਂ ਕਸ਼ਮੀਰ ਸਿੰਘ ਸ਼ਾਹੀ ਤੇ ਜਸਜੀਤ ਸਿੰਘ ਚੇਲਾ ਵੱਲੋਂ ਡਾਇਰੈਕਸ਼ਨ ਮਿਲ ਰਹੀਆਂ, ਤੇ ਜਿਹੜੀ ਉਹਨੂੰ ਡਾਇਰੈਕਸ਼ਨ ਮਿਲ ਰਹੀਆਂ ਉਹੀ ਡਾਇਰੈਕਸ਼ਨ ਜਿਹੜੀਆਂ ਅੱਗੇ ਉਹ ਸੰਗਤ 'ਚ ਪਾਸ ਕਰ ਰਿਹਾ ਹੈਗਾ। ਜਿਹੜਾ ਕਿ ਇੱਕ ਸਧਾਰਨ ਤੋਂ ਸਧਾਰਨ ਆਦਮੀ ਜਿਹੜੇ ਆ ਉਹਨੂੰ ਇਸ ਗੱਲ ਦਾ ਪਤਾ ਕਿ ਮੈਂ ਗੁਰਦੁਆਰਾ ਸਾਹਿਬ ਦੀ ਸਟੇਜ ਤੇ ਜਾ ਕੇ ਉਹਦੀ ਦੁਰਵਰਤੋਂ ਕਰ ਰਿਹਾ ਤੇ ਲੋਕੀ ਮੈਨੂੰ ਕੀ ਕਹਿਣਗੇ। ਤੇ ਉਹੀ ਅੱਜ ਜਿਹੜੀ ਚੁਣ ਚਰਚਾ ਹੈਗੀ ਆ ਗੁਰਦੁਆਰੇ ਦੀ ਸੰਗਤ ਦੇ ਵਿੱਚ, ਤੇ ਅੱਜ ਇਹ ਪ੍ਰੋਗਰਾਮ ਦਾ ਹਿੱਸਾ ਹੈਗੀ ਆ ਜੀ। ਪਿਛਲੇ ਹਫ਼ਤੇ ਮੈਂ ਹਰਜੀਤ ਸਿੰਘ ਜੀ ਜੋ ਕਿ ਤੁਹਾਡੀ ਸਟੇਟ ਦੇ ਕੈਂਡੀਡੇਟ ਨੇ ਉਹਨਾਂ ਨਾਲ ਗੱਲਬਾਤ ਕੀਤੀ ਸੀ, ਐਂਡ ਉਹਨਾਂ ਨੇ ਵੀ ਇਹ ਵਿਸ਼ਾ ਚੱਕਿਆ ਸੀ ਵੀ
ਇਹ ਦੂਜੀ ਪਾਰਟੀ ਸਾਡੇ ਤੇ ਇਲਜ਼ਾਮ ਲਾ ਰਹੀ ਆ, ਇਹਨਾਂ ਨੇ 12 ਕੇਸ ਕਰਤੇ, 14 ਕੇਸ ਕਰਤੇ। ਉਹਨਾਂ ਨੇ ਚੈਲੰਜ ਕੀਤਾ ਸੀ ਵੀ ਜੇਕਰ ਸਿੱਖ ਪੰਚਾਇਤ ਸਾਬਤ ਕਰਦੀ ਆ ਵੀ ਅਸੀਂ 12 ਕੇਸ ਕੀਤੇ ਆ ਜਾਂ ਇੱਕ ਤੋਂ ਵੱਧ ਕੇਸ ਕੀਤਾ ਆ ਤਾਂ ਉਹ ਆਪਣਾ ਨਾਮ ਵਾਪਸ ਲੈਣਗੇ। ਤੇ ਹੁਣ ਜੰਡੀ ਸਾਹਿਬ ਨੇ ਵੀ ਵੀਡੀਓ ਦੇ ਵਿੱਚ ਬਹੁਤ ਸਪਸ਼ਟ ਤੌਰ ਤੇ ਕਿਹਾ ਆ ਵੀ ਸਾਡੇ ਜਿਹੜੀ ਵਿਰੋਧੀ ਪਾਰਟੀ ਹੈਗੀ ਆ, ਦੂਜੀ ਧਿਰ ਜੋ ਕਿ ਤੁਹਾਡਾ ਗਰੁੱਪ ਹੈਗਾ ਆ ਸਿੱਖ ਸੰਗਤ ਬੇ ਏਰੀਆ ਸਲੇਟ ਜੋ ਆ, ਵੀ ਇਹਨਾਂ ਨੇ 12 ਕੇਸ ਕੀਤੇ ਨੇ। ਤੁਸੀਂ ਇਹਦੇ ਬਾਰੇ ਕੀ ਕਹੋਗੇ? ਬਾਸੀ ਸਾਹਿਬ, ਪਹਿਲਾਂ ਤਾਂ ਮੈਂ ਸੰਗਤ ਨੂੰ, ਬੇਰੀਆ ਜੀ ਨੂੰ ਇਹ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਵੀ ਅਸੀਂ ਅੱਜ ਜਿਹੜੀ ਚਰਚਾ ਕਰ ਰਹੇ ਹਾਂ, ਅੱਜ ਜਿਹੜਾ ਸਾਡਾ ਡਿਸਕਸ਼ਨ ਦਾ ਵਿਸ਼ਾ ਹੈਗਾ, ਉਹ ਜਸਵਿੰਦਰ ਸਿੰਘ ਜੰਡੀ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਇਲੈਕਸ਼ਨ ਨੂੰ ਧਾਂਜਲੀਆਂ ਦਾ ਸ਼ੁਰੂ ਹੋਣ ਦੇ ਉੱਪਰ ਕੀਤਾ ਹੈਗਾ। ਤੇ ਜਿਹੜੀ ਗੱਲ ਵੀਡੀਓ ਦੇ ਵਿੱਚ ਵੀ ਸਾਰੇ ਭੈਣ ਭਰਾਵਾਂ ਨੇ ਸੁਣੀ ਆ ਕਿ ਜਸਵਿੰਦਰ ਸਿੰਘ ਜੰਡੀ ਕਹਿੰਦਾ ਕਿ ਅਸੀਂ ਉਹਨਾਂ ਦੇ ਉੱਪਰ 12 ਕੇਸ ਕੀਤੇ ਆ। ਮੈਂ ਜਿਸ ਤਰ੍ਹਾਂ ਹਰਜੀਤ ਸਿੰਘ ਨੇ ਕਿਹਾ, ਉਸੇ ਤਰ੍ਹਾਂ ਡੰਕੇ ਦੀ ਚੋਟ ਤੇ ਕਹਿੰਦਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸਭ ਤੋਂ ਪਹਿਲਾ ਕੇਸ ਜਿਹੜਾ ਆ ਉਹ ਜਸਦੇਵ ਸਿੰਘ ਤੇ ਜਸਪ੍ਰੀਤ ਅਟਵਾਲ ਨੇ ਕੀਤਾ ਕਿ ਗੁਰਦੁਆਰਾ ਸਾਹਿਬ ਦੀ ਜਿਹੜੀ ਸੁਪਰੀਮ ਕੌਂਸਲ ਆ ਡਿਵਾਈਡਡ ਆ ਤੇ ਇੱਥੇ ਦੁਬਾਰਾ ਇਲੈਕਸ਼ਨ ਹੋਵੇ। ਅੱਜ ਹਾਲੇ ਉਹ ਕੇਸ ਚੱਲਦਾ ਆ। ਉਹ ਕੇਸ ਦੇ ਵਿੱਚ ਹਾਲੇ ਜੱਜ ਨੇ ਬੰਦ ਨਹੀਂ ਕੀਤਾ ਕਿਉਂਕਿ ਇਲੈਕਸ਼ਨ ਆਉਣ ਵਾਲੀ ਆ ਤੇ ਜੱਜ ਨੂੰ ਇਸ ਚੀਜ਼ ਦਾ ਪਤਾ, ਉਹਨੇ ਸਾਨੂੰ ਇਹ ਸਾਡਾ ਰਾਈਟ ਜਿਹੜਾ ਰਾਖਵਾਂ ਰੱਖਿਆ ਵੀ ਜੇ ਸਾਨੂੰ ਲੱਗਾ ਕਿ ਇਲੈਕਸ਼ਨ ਦੇ ਵਿੱਚ ਹੇਰਾਫੇਰੀ ਹੁੰਦੀ ਆ, ਫਰਾਡ ਹੁੰਦਾ ਆ, ਤਾਂ ਅਸੀਂ ਉਹ ਜੱਜ ਸਾਹਿਬ ਕੋਲ ਲੈ ਕੇ ਜਾਵਾਂਗੇ। ਤੇ ਦੂਸਰਾ ਕੇਸ ਜਿਹੜਾ ਹਾਲੇ ਉਹਦੀ ਸੁਣਵਾਈ ਸ਼ੁਰੂ ਨਹੀਂ ਹੋਈ, ਉਹ ਹੈਗਾ ਮੇਰੇ ਵੱਲੋਂ ਕੀਤਾ ਹੋਇਆ ਗੁਰਦੁਆਰਾ ਸਾਹਿਬ ਦੇ 5 ਸੁਪਰੀਮ ਕੌਂਸਲ ਮੈਂਬਰਾਂ ਦੇ ਉੱਪਰ। ਉਹਦੇ 2 ਪਹਿਲੂ ਨੇ, ਇੱਕ ਤੇ ਇਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਕਮੇਟੀ ਨਹੀਂ ਬਣਾਈ, ਤੇ ਦੂਸਰਾ ਜਿਹੜਾ ਆ 2016 ਤੋਂ ਅੱਜ ਤੱਕ ਇਹਨਾਂ ਨੇ ਸਾਨੂੰ ਆਡਿਟ ਰਿਪੋਰਟ ਨਹੀਂ ਦਿੱਤੀ। ਉਹ ਮੈਂ ਡੰਕੇ ਦੀ ਚੋਟ ਤੇ ਕਹਿੰਦਾ, ਮੇਰੇ ਜਿਹੜੇ ਸਾਡੇ ਇਹ 5 ਉਮੀਦਵਾਰ ਆ, ਉਹ ਡੰਕੇ ਦੀ ਚੋਟ ਤੇ ਸੰਗਤ ਨੂੰ ਦੱਸਣਾ ਚਾਹੁੰਦੇ ਆ ਕਿ ਅਗਰ ਜਸਵਿੰਦਰ ਸਿੰਘ ਜੰਡੀ 12 ਕੇਸਾਂ ਦੀਆਂ ਕਾਪੀਆਂ STV ਦੇ ਉੱਪਰ ਜਾਂ ਹੋਰ ਕਿਸੇ ਮਾਧਿਅਮ ਦੇ ਉੱਪਰ ਲੈ ਕੇ ਆ ਜਾਵੇ, ਪਰ ਸ਼ਰਤ ਇਹ ਆ ਕਿ ਜਿਹੜਾ ਕੇਸ ਨੰਬਰ ਜਿੱਦਾਂ ਜਿਹੜਾ ਚੱਲ ਰਿਹਾ ਹੈਗਾ, ਕੇਸ ਨੰਬਰ HG 19024582, ਉਹ ਲੈ ਕੇ ਆਵੇ, ਨਾ ਕਿ ਇਹਨਾਂ ਵੱਲੋਂ ਵੀ ਮੋਸ਼ਨ ਫਾਈਲ ਕੀਤੇ ਗਏ, ਇਹਨਾਂ ਵੱਲੋਂ ਵੀ ਐਕਸਪਰਟੇ ਫਾਈਲ ਕੀਤੇ ਗਏ ਆ। ਉਹ ਕੇਸ ਦਾ ਹਿੱਸਾ ਆ। ਜਿੱਥੇ ਸਾਨੂੰ ਗਲਤ ਲੱਗਦਾ ਸੀ ਅਸੀਂ ਉੱਥੇ ਮੋਸ਼ਨ ਫਾਈਲ ਕੀਤਾ, ਐਕਸਪਰਟੇ ਫਾਈਲ ਕੀਤਾ। ਜਿੱਥੇ ਇਹਨਾਂ ਨੂੰ ਗਲਤ ਲੱਗਦਾ ਸੀ ਇਹਨਾਂ ਨੇ ਵੀ ਮੋਸ਼ਨ ਫਾਈਲ ਕੀਤੇ ਆ, ਐਕਸਪਰਟੇ ਫਾਈਲ ਕੀਤੇ ਆ। ਸੋ ਮੈਂ ਇਹ ਸਮਝਦਾ ਕਿ ਜਸਵਿੰਦਰ ਸਿੰਘ ਜੰਡੀ ਨੇ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ, ਜਿਹਦੀ ਤੁਸੀਂ ਲਾਈਵ ਵੀਡੀਓ ਸੁਣੀ ਹੈ, ਜਦੋਂ ਇਹ ਲਫ਼ਜ਼ ਕਹੇ ਕਿ 12 ਕੇਸ ਉਹਨਾਂ ਤੇ ਕੀਤੇ ਆ, 12 ਕੇਸ ਉਹਨਾਂ ਨੇ ਜਿੱਤੇ ਆ, ਜਸਵਿੰਦਰ ਸਿੰਘ ਜੰਡੀ 110% ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਝੂਠ ਬੋਲਿਆ ਤੇ ਜਿਹਦੀ ਸਜ਼ਾ ਗੁਰੂ ਮਹਾਰਾਜ ਉਹਨੂੰ ਜ਼ਰੂਰ ਦੇਣਗੇ। ਜੀ, ਮੈਂ ਇੱਕ ਵਾਰ ਫਿਰ ਕਲੀਅਰ ਕਰ ਦੇਣਾ ਚਾਹਾਂ ਵੀ ਮਾਨ ਸਾਹਿਬ ਨੇ ਕਿਹਾ ਵੀ ਕੇਸ ਇੱਕ ਹੀ ਕੀਤਾ ਗਿਆ ਆ, ਉਹ ਜਸਦੇਵ ਸਿੰਘ ਤੇ ਉਸਦੇ ਸਾਥੀਆਂ ਵੱਲੋਂ ਕੀਤਾ ਗਿਆ ਸੀ। ਐਂਡ ਸਿੱਖ ਸੰਗਤ ਬੇਰੀਆ ਜਿਹੜੀ ਆ ਉਸ ਕੇਸ ਨੂੰ ਹੀ ਡਿਫੈਂਡ ਕਰਦੀ ਅੱਗੇ ਮੋਸ਼ਨ ਵਗੈਰਾ ਫਾਈਲ ਕਰ ਰਹੀ ਆ। ਤੇ ਕਿਉਂਕਿ ਅਕਸਰ ਪਤਾ ਹੀ ਆ ਜਦੋਂ ਇੱਕ ਕੇਸ ਚੱਲਦਾ ਆ ਉਹਦੇ ਵਿੱਚ ਮੋਸ਼ਨ ਹੁੰਦੇ ਆ, ਡਿਸਕਵਰੀ ਹੁੰਦੀ ਆ, ਹੋਰ ਬਹੁਤ ਸਾਰੇ ਕਾਨੂੰਨੀ ਦਾਅਵੇ ਹੁੰਦੇ ਆ, ਲੇਕਿਨ ਕੇਸ ਨੰਬਰ ਇੱਕੋ ਹੀ ਚੱਲਦਾ ਹੁੰਦਾ ਆ। ਉਹਨੂੰ ਆਪਾਂ ਅਲੱਗ-ਅਲੱਗ ਕੇਸ ਨਹੀਂ ਕਹਿ ਸਕਦੇ। ਮਾਨ ਸਾਹਿਬ ਨੇ ਕਿਹਾ ਵੀ ਜਿਹੜਾ ਕੇਸ ਨੰਬਰ ਉਹਨੇ ਬੋਲਿਆ ਆ, ਇਸ ਤੋਂ ਸਿਵਾਏ ਉਹ 11 ਕੇਸ ਨੰਬਰ ਹੋਰ ਪੇਸ਼ ਕਰੇ ਜਸਵਿੰਦਰ ਸਿੰਘ ਜੰਡੀ। ਜੇ ਨਹੀਂ ਕਰਦਾ ਤਾਂ ਉਸ ਗੁਰੂ ਕਾ ਸਾਹਿਬ ਦੀ ਸਟੇਜ ਤੋਂ, ਉੱਥੋਂ ਗੁਰਦੁਆਰਾ ਸਾਹਿਬ ਤੋਂ ਝੂਠ ਬੋਲ ਰਿਹਾ ਹੈ। ਕੀ ਮਾਨ ਸਾਹਿਬ ਇਹ ਬਿਲਕੁਲ ਸਹੀ ਮੈਂ ਐਕਸਪਲੇਨ ਕੀਤਾ, ਇਹ ਬਿਲਕੁਲ ਸਹੀ ਹੈ ਜੀ? ਤੁਸੀਂ ਜਿਹੜੀ ਇਹ ਸਟੇਟਮੈਂਟ ਰਿਪੀਟ ਕੀਤੀ ਆ ਉਹ ਬਿਲਕੁਲ ਸਹੀ ਕੀਤੀ ਆ। ਜੰਡੀ ਸਾਹਿਬ ਦਾ ਸਿਰਫ ਤੇ ਸਿਰਫ ਇੱਕੋ ਮਸਜਿਦ ਆ ਕਿ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਝੂਠ ਬੋਲ ਕੇ ਸੰਗਤ ਦੀ ਹਮਦਰਦੀ ਲਈ ਜਾਵੇ। ਜਿਸ ਵੇਲੇ ਸੰਗਤ ਸੁਣਦੀ ਆ 12 ਕੇਸ ਹੋ ਗਏ ਤੇ ਸੰਗਤ ਜਿਹੜੀ ਆ ਨੈਚੁਰਲੀ ਉਹ ਦੂਜੇ ਪਾਸੇ ਨੂੰ ਝੁਕ ਜਾਂਦੀ ਹੈ ਵੀ ਉਹ ਬੰਦੇ ਠੀਕ ਨਹੀਂ। ਪਰ ਮੈਂ ਇਹ ਜਿੱਦਾਂ ਦੁਬਾਰਾ ਫੇਰ ਕਹਿੰਦਾ, ਜਸਵਿੰਦਰ ਸਿੰਘ ਜੰਡੀ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਝੂਠ ਬੋਲ ਰਿਹਾ, ਸੰਗਤ ਨੂੰ ਗੁੰਮਰਾਹ ਕਰ ਰਿਹਾ। ਅਗਰ ਉਹ 11 ਦੇ 11 ਕੇਸ ਲੈ ਕੇ ਆ ਜਾਂਦਾ ਤੇ ਅਸੀਂ ਆ ਜਿਹੜੀ 2022 ਦੀ ਇਲੈਕਸ਼ਨ ਆ ਉਹਦੇ ਤੋਂ ਬਾਹਰ ਹੋਵਾਂਗੇ। ਤਾਂ ਇਹ ਜਿਹੜੀ ਸਿੱਖ ਪੰਚਾਇਤ ਦੇ 5 ਉਮੀਦਵਾਰ ਆ ਉਹਨਾਂ ਦੀ ਝੋਲੀ ਦੇ ਵਿੱਚ ਆਪ ਜਿੱਤ ਪਾਵਾਂਗੇ ਵੀ ਤੁਸੀਂ ਸੱਚੇ ਸੀਗੇ, ਅਸੀਂ ਝੂਠੇ ਆ। ਪਰ ਸ਼ਰਤ ਜਸਵਿੰਦਰ ਸਿੰਘ ਜੰਡੀ ਨੂੰ 12 ਦੇ 12 ਕੇਸ ਨੰਬਰ ਸੰਗਤ ਦੇ ਵਿੱਚ ਲਿਆਉਣੇ ਪੈਣਗੇ, ਤਾਂ ਹੀ ਆਪਣੀ ਜਿਹੜੀ ਸ਼ਰਤ ਹੈ। ਆਪਾਂ ਅੱਗੇ ਵਧਦੇ ਇਸ ਟੌਪਿਕ ਤੇ ਮੈਂ ਵੀਡੀਓ ਨੰਬਰ 2 ਚਲਾਵਾਂਗਾ ਸਿਰਫ 30 ਸੈਕਿੰਡ ਵਾਸਤੇ, ਫਿਰ ਉਸ ਤੋਂ ਤੁਹਾਨੂੰ ਸਵਾਲ ਕੀਤੇ ਜਾਣਗੇ। ਵੀਡੀਓ ਨੰਬਰ 2 ਪਹਿਲੇ 30 ਸੈਕਿੰਡ ਵਾਸਤੇ ਚਲਾਈ ਜਾਵੇ। ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਹੁਕਮ ਹੋਇਆ ਕਿ ਭਗਤ ਰਵਿਦਾਸ ਜੀ ਦੀ
ਜੀਵਨ ਦੇ ਉੱਤੇ ਜਾਂ ਉਹਨਾਂ ਦੀ ਬਾਣੀ ਦੇ ਉੱਤੇ ਕੁਝ ਬੋਲਾਂ। ਭਗਤਾਂ ਦਾ ਜੀਵਨ ਬੜਾ ਹੀ ਉੱਚਾ ਸੁੱਚਾ। ਸਾਡੇ ਵਰਗੇ ਜੀਵ ਉਹਨਾਂ ਦੇ ਜੀਵਨ ਦੇ ਉੱਤੇ ਬਾਰੇ ਕੀ ਕਹਿ ਸਕਦੇ ਹਨ, ਪਰ ਜੋ ਮੈਂ ਸਿੱਖਿਆ ਬਾਣੀ ਭਗਤ ਰਾਮਦਾਸ ਜੀ ਦੀ ਬਾਣੀ ਦੇ ਵਿੱਚੋਂ, ਆਪਣਾ ਜੋ ਮੈਨੂੰ ਅਨੁਭਵ ਹੋਇਆ ਉਹਦੇ ਬਾਰੇ ਥੋੜ੍ਹਾ ਆਪਣੇ ਆਪ ਵਿਚਾਰ ਸਾਂਝੇ ਕਰਦੀ ਹਾਂ। ਜਦੋਂ ਵੀ ਸਹਿਜ ਪਾਠ ਕਰਦੇ ਹੋਏ ਭਗਤ ਰਵਿਦਾਸ ਜੀ ਦੀ ਬਾਣੀ ਆਂਦੀ ਬਾਣੀ ਪੜ੍ਹਦੇ ਹਾਂ ਜਾਂ ਕਦੀ ਸ਼ਬਦ ਵੀ ਸਰਵਣ ਕਰਦੇ ਹਾਂ ਕੀਰਤਨ ਦੇ ਵਿੱਚ, ਤੇ ਜੋ ਮੈਨੂੰ ਅਨੁਭਵ ਹੋਇਆ ਹੈ ਕਿ ਉਹ ਸਹਿਜਤਾ ਭਗਤ ਜੀ ਦੇ ਵਿੱਚ, ਨਿਮਰਤਾ ਤੇ ਦ੍ਰਿੜਤਾ, ਇਹ ਤਿੰਨ ਚੀਜ਼ਾਂ ਮੈਂ ਉਹਨਾਂ ਤੋਂ ਸਿੱਖੀਆਂ। ਉਹ ਅਕਾਲ ਪੁਰਖ ਅੱਗੇ ਤਣ ਲਾਈ ਪਾਉਂਦੇ ਆ ਕਿ ਮੇਰੀ ਲਾਜ ਰੱਖੋ, ਤੇ ਅਸੀਂ ਉਹਨਾਂ ਦੇ ਜੀਵਨ ਤੋਂ ਹੀ ਸਿੱਖਿਆ ਲੈ ਸਕਦੇ ਹਾਂ ਕਿ ਅਸੀਂ ਭੁੱਲਣਹਾਰ ਜੀਵ ਹਾਂ। ਵਾਹਿਗੁਰੂ ਸਾਡੀ ਲਾਜ ਰੱਖਣਾ, ਆਪਣੇ ਬਿਰਧ ਬਾਣੀ ਦੀ ਲਾਜ ਰੱਖਣਾ। ਭਗਤ ਰਵਿਦਾਸ ਜੀ ਆਪਣੀ ਬਾਣੀ ਦੇ ਵਿੱਚ ਬੇਗਮਪੁਰੇ ਦੀ ਗੱਲ ਕਰਦੇ ਆ। ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋਹ ਨਹੀਂ ਤੇ ਠਾਓ, ਨਾ ਤੇ ਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਕਰਤਾ ਜਵਾਬ। ਬੇਗਮਪੁਰਾ ਜੋ ਗਮਾਂ ਤੋਂ ਰਹਿਤ ਕੋਈ ਦੁਨੀਆ ਹੈ। ਭਗਤ ਜੀ ਜੀ ਮਾਨ ਸਾਹਿਬ, ਇਹ ਬੀਬੀ ਜੀ ਮੇਰੇ ਖਿਆਲ 'ਚ ਸਿੱਖ ਪੰਚਾਇਤ ਦੇ ਉਮੀਦਵਾਰ ਨੇ ਇਸ ਚੋਣਾਂ ਦੇ ਵਿੱਚ, ਬੀਬੀ ਸੁਰਿੰਦਰਜੀਤ ਕੌਰ ਜੀ। ਇਹ ਜਿਹੜੀ ਵੀਡੀਓ ਤੁਸੀਂ ਸਾਨੂੰ ਦਿੱਤੀ ਹੈਗੀ ਆ, ਤੇ ਇਹਦੇ ਬਾਰੇ ਤੁਹਾਡੇ ਕੀ ਐਲੀਗੇਸ਼ਨ ਨੇ, ਇਹ ਕੀ ਹੋ ਰਿਹਾ ਹੈ? ਬਾਜੀ ਸਾਹਿਬ, ਜੋਗਸ ਬੀਬੀ ਜੀ ਸਟੇਜ ਤੋਂ ਬੋਲ ਰਹੇ ਆ। ਮੈਂ ਉਹਦੇ ਉੱਪਰ ਟੀਕਾ ਟਿੱਪਣੀ ਨਹੀਂ ਕਰੂੰਗਾ। ਜੋਗਸ ਵੀ ਉਹ ਬੋਲ ਰਹੇ ਆ, ਬੜਾ ਵਧੀਆ ਦਿਹਾੜੇ ਦੇ ਹਿਸਾਬ ਨਾਲ ਉਹ ਬੜੇ ਵਧੀਆ ਆਪਣੇ ਵਿਚਾਰ ਪੇਸ਼ ਕਰ ਰਹੇ ਆ। ਪਰ ਸਾਡਾ ਖਦਸ਼ਾ ਇਹ ਆ ਕਿ ਬੀਬੀ ਜੀ ਇਲੈਕਸ਼ਨ ਦੇ ਵਿੱਚ ਪੈਰਾਸ਼ੂਟ ਦੇ ਨਾਲ ਉਤਾਰੇ ਗਏ ਆ। ਇਹ ਸੈਨੋਜ਼ੇ ਏਰੀਏ ਤੋਂ ਹੈਗੇ ਆ। ਫਰੀਮੌਂਟ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਲਾਂ ਇਹਨਾਂ ਨੂੰ ਕਦੀ ਨਹੀਂ ਦੇਖਿਆ ਗਿਆ, ਪਰ ਜਸਵਿੰਦਰ ਸਿੰਘ ਜੰਡੀ ਜੋ ਕਿ ਇਲੈਕਸ਼ਨ ਕਮਿਸ਼ਨਰ ਨੇ, ਉਹਨਾਂ ਨੇ ਇਹਨਾਂ ਨੂੰ ਖਾਸ ਤੌਰ ਦੇ ਉੱਪਰ ਪ੍ਰਮੋਟ ਕਰਨ ਦੇ ਲਈ ਮੌਕਾ ਦਿੱਤਾ ਕਿ ਉਹ ਸਟੇਜ ਤੇ ਆਉਣ। ਮੇਰਾ ਤੇ ਸਿੱਖ ਸੰਗਤ ਬੇਰੀਆ ਸਲੇਟ ਦਾ ਤੇ ਸਾਡੇ ਸਾਰੇ ਸਪੋਰਟਰਾਂ ਦਾ ਇਹ ਖਦਸ਼ਾ ਆ ਕਿ ਸਾਡੀ ਸ਼ਿਕਾਇਤ ਆ ਕਿ ਜਦੋਂ ਇਲੈਕਸ਼ਨ ਜਾਬਤਾ ਲੱਗਾ ਹੋਇਆ ਹੈਗਾ, ਸਾਡੇ 5 ਉਮੀਦਵਾਰ ਆ, ਸਾਡੇ 5 ਉਮੀਦਵਾਰਾਂ ਨੂੰ ਗੁਰਦੁਆਰਾ ਸਾਹਿਬ ਸਟੇਜ ਤੇ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਂਦਾ। ਸਾਡੇ ਜਿਹੜੇ 5 ਉਮੀਦਵਾਰ ਆ, ਉਹਨਾਂ ਦੇ ਨਾਲ ਜਿਹੜੀ ਫੇਅਰਨੈਸ ਨਹੀਂ ਦਿਖਾਈ ਜਾਂਦੀ, ਤੇ ਇਸ ਬੀਬੀ ਨੂੰ ਸਟੇਜ ਦੇ ਉੱਪਰ ਕਿਉਂ ਬੁਲਾਇਆ ਗਿਆ? ਸਾਡਾ ਮੇਨ ਜਿਹੜਾ ਸ਼ਿਕਾਇਤ ਇਹ ਹੈਗੀ ਆ, ਸੰਗਤ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਨਾਲ ਜਿਹੜਾ ਉਹ ਧੱਕਾ ਹੋ ਰਿਹਾ। ਇਲੈਕਸ਼ਨ ਕਮਿਸ਼ਨਰ ਜਸਵਿੰਦਰ ਸਿੰਘ ਜੰਡੀ ਵਾਰ-ਵਾਰ ਧੱਕਾ ਕਰ ਰਿਹਾ। ਮੈਂ ਇਹਦੇ ਨਾਲ ਇਹ ਪੁੱਛਣਾ ਚਾਹੁੰਦਾ, ਕੀ ਬੀਬੀ ਜੀ ਪਹਿਲਾਂ ਵੀ ਕਿਸੇ ਗੁਰਦੁਆਰਾ ਸਾਹਿਬ ਵਿੱਚ ਚੋਣ ਕਿਸੇ ਧਿਰ ਵੱਲੋਂ ਲੜ ਚੁੱਕੇ ਨੇ, ਜਾਂ ਕਿਸੇ ਕਮੇਟੀ ਦੇ ਇਹ ਮੈਂਬਰ ਰਹੇ ਨੇ ਪਹਿਲਾਂ ਵੀ? ਇਹਦੇ ਬਾਰੇ ਥੋੜੀ ਜਾਣਕਾਰੀ ਦਿਓ। ਗੁਰਦੁਆਰਾ ਸਾਹਿਬ ਫਰੀਮੌਂਟ ਦੇ ਵਿੱਚ ਇਹਨਾਂ ਦਾ ਕੋਈ ਵੀ ਯੋਗਦਾਨ ਨਹੀਂ, ਕਿਸੇ ਵੀ ਕਮੇਟੀ ਦੇ ਵਿੱਚ ਨਹੀਂ ਰਹੇ। ਹਾਂ, ਇਹਨਾਂ ਨੇ 2012 ਦੇ ਵਿੱਚ ਤੇ 2014 ਦੇ ਵਿੱਚ ਗੁਰਦੁਆਰਾ ਸਾਹਿਬ ਸੈਨੋਜ਼ੇ ਦੇ ਵਿੱਚ ਇਲੈਕਸ਼ਨ ਲੜੀ ਸੀ, ਤੇ ਉੱਥੋਂ ਇਹ ਬੜੀ ਬੁਰੀ ਤਰ੍ਹਾਂ ਜਿਹੜੀ ਇਹਨਾਂ ਨੂੰ ਹਾਰ ਦੇਖਣੀ ਪਈ ਸੀ। ਜੀ, ਜਿਹੜੇ ਤੁਸੀਂ ਗੱਲ ਕਰ ਰਹੇ ਹੋ ਵੀ ਕੀ ਤੁਹਾਡੇ ਬਾਇਲਾਜ਼ ਦੇ ਮੁਤਾਬਕ ਤੁਹਾਡੇ ਜਿਹੜੇ ਭਾਵੇਂ 5 ਉਮੀਦਵਾਰ ਤੁਹਾਡੇ ਹੋ ਗਏ, 5 ਉਹਨਾਂ ਦੇ ਹੋ ਗਏ, 10 ਕੈਂਡੀਡੇਟ ਹੋ ਗਏ, ਕੀ ਕੋਈ ਟਾਈਮ ਦਿੱਤਾ ਜਾਂਦਾ ਹੈ ਆਪਣੇ ਆਪ ਨੂੰ ਸੰਗਤ ਦੇ ਰੂਬਰੂ ਹੋ ਕੇ ਆਪਣਾ ਪੱਖ ਰੱਖਣ ਦਾ? ਕੋਈ ਇਹੋ ਜਿਹਾ ਪ੍ਰੋਸੀਜਰ ਹੈ ਤੁਹਾਡੇ ਬਾਇਲਾ ਦੇ ਵਿੱਚ ਵੀ ਜਿਹੜੀ ਸੰਗਤ ਨੂੰ ਆਪਾਂ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਚੋਣਾਂ ਦੇ ਬਾਰੇ ਕੈਂਪੇਨ ਕਰ ਸਕੀਏ, ਜਾਂ ਇਹ ਬਿਲਕੁਲ ਹੀ ਮਨਾਈ ਹੈਗੀ ਆ? ਬਾਸੀ ਸਾਹਿਬ, ਮੈਂ ਕਲੀਅਰ ਕਰ ਦਿਆਂ ਕਿ ਜਿਸ ਵੇਲੇ ਗੁਰਦੁਆਰਾ ਸਾਹਿਬ ਦੇ ਬਾਈਲਾ ਬਣਾਏ ਗਏ ਸੀਗੇ, ਉਸ ਵੇਲੇ ਇਲੈਕਸ਼ਨ ਨੂੰ ਮੁੱਖ ਰੱਖ ਕੇ ਨਹੀਂ ਬਣਾਏ ਗਏ ਸੀਗੇ। ਉਸ ਵੇਲੇ ਇਲੈਕਸ਼ਨ ਸੀ, ਇਹ 1984 1985 ਦੀ ਗੱਲ ਹੈਗੀ ਆ। ਉਸ ਤੋਂ ਬਾਅਦ ਦੇ ਵਿੱਚ 2002 ਦੇ ਵਿੱਚ ਇਹ ਸਿੱਖ ਪੰਚਾਇਤ ਵਾਲੇ ਜਸਵਿੰਦਰ ਸਿੰਘ ਜੰਡੀ ਧੜਾ ਜਿਹੜਾ ਸੀਗਾ, ਇਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇੱਕ ਸੇਵਾਦਾਰ ਨੂੰ ਬੜੀ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ। ਉਹ ਕੁਲਜੀਤ ਸਿੰਘ ਦੇ ਰਿਸ਼ਤੇਦਾਰ ਸੀਗੇ, ਤੇ ਉਹ ਕੇਸ ਜਿਹੜਾ ਸੀਗਾ ਕੋਰਟ ਦੇ ਵਿੱਚ ਚਲੇ ਗਿਆ,
ਤੇ ਉਸ ਵੇਲੇ ਇਲੈਕਸ਼ਨ ਦੀ ਕੋਈ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕੰਡੀਸ਼ਨ ਨਹੀਂ ਸੀਗੀ, ਪਰ ਉਸ ਵੇਲੇ ਦੇ ਜਿਹੜੇ ਮਾਨਯੋਗ ਜੱਜ ਜੂਲੀਅਸ ਪੈਨ ਸੀਗੇ, ਉਹਨਾਂ ਨੇ ਕੁਝ ਇੰਸਟਰਕਸ਼ਨ ਦਿੱਤੀਆਂ ਸੀਗੀਆਂ ਕਿ ਵੋਟਾਂ ਤੁਹਾਡੀਆਂ ਇਸ ਤਰੀਕੇ ਦੇ ਨਾਲ ਬਣਨਗੀਆਂ, ਹਰ ਸਾਲ ਗੁਰਦੁਆਰਾ ਸਾਹਿਬ ਦੇ ਵਿੱਚ ਇਲੈਕਸ਼ਨ ਹੋਊਗੀ, ਸਟੇਜ ਦੇ ਉੱਪਰ ਦੋਨਾਂ ਪਾਰਟੀਆਂ ਨੂੰ 5-5 ਮਿੰਟ ਬੋਲਣ ਦਾ ਟਾਈਮ ਦਿੱਤਾ ਜਾਊਗਾ। ਇਹ ਜਿਹੜਾ ਪ੍ਰੋਸੀਜਰ ਸੀਗਾ 2005 ਤੋਂ ਲੈ ਕੇ 2016 ਤੱਕ ਚੱਲਦਾ ਰਿਹਾ, ਪਰ 2016 ਤੋਂ ਮਗਰੋਂ ਜਾਂ 14 ਤੋਂ ਮਗਰੋਂ ਇਹ ਜਿਹੜੀ ਕਮਾਂਡ ਆ 100% ਜਸਜੀਤ ਸਿੰਘ ਚੇਲਾ, ਜਸਵਿੰਦਰ ਸਿੰਘ ਜੰਡੀ ਹੁਣਾਂ ਦੇ ਹੱਥ ਦੇ ਵਿੱਚ ਆ ਗਈ ਤੇ ਉਹਨਾਂ ਨੇ ਗੁਰਦੁਆਰਾ ਸਾਹਿਬ ਤੋਂ ਜਿਹੜੀਆਂ ਪਿਛਲੀਆਂ ਇਲੈਕਸ਼ਨ ਹੋਈਆਂ, ਉਹਨਾਂ ਇਲੈਕਸ਼ਨਾਂ ਦੇ ਵਿੱਚ ਉਮੀਦਵਾਰਾਂ ਨੂੰ 5 ਮਿੰਟ ਦਾ ਬੋਲਣ ਦਾ ਸਮਾਂ ਨਹੀਂ ਦਿੱਤਾ। ਆਪ ਇਹ ਸਟੇਜ ਤੋਂ ਬੋਲਦੇ ਆ, ਪ੍ਰਮੋਟ ਕਰਦੇ ਆ, ਪਰ ਜਿਹੜੀ ਦੂਸਰੀ ਪਾਰਟੀ ਆ ਉਹਨੂੰ ਸਟੇਜ ਦੇ ਉੱਪਰ ਨਹੀਂ ਬੋਲਣ ਦਾ ਸਮਾਂ ਦਿੱਤਾ ਜਾਂਦਾ। ਇਹ ਇੱਕ ਜਿਹਨੂੰ ਕਹਿੰਦੇ ਕਿ ਪ੍ਰੈਸੀਡੈਂਟ ਸੈੱਟ ਕੀਤਾ ਸੀ ਜੱਜ ਜੂਲੀਅਸ ਪੈਨ ਨੇ ਕਿ ਤੁਸੀਂ ਜੇ ਤੁਹਾਡੇ ਵਾਇਲਾ ਦੇ ਵਿੱਚ ਜਿੰਨਾ ਚਿਰ ਨਹੀਂ ਹੈਗਾ, ਜੇ ਤੁਸੀਂ ਜਦੋਂ ਅਮੈਂਡਮੈਂਟ ਕਰ ਲਓਗੇ ਤੁਸੀਂ ਕਰ ਸਕਦੇ ਆ, ਪਰ ਉਦੋਂ ਤੱਕ ਇਸ ਪ੍ਰੋਸੈਸ ਨੂੰ ਫੋਲੋ ਕੀਤਾ ਜਾਵੇ। ਪਰ ਅਫਸੋਸ ਨਾਲ ਇਹ ਕਹਿਣਾ ਪੈ ਰਿਹਾ ਕਿ ਇਹ ਜਿਹੜਾ ਜੱਜ ਜੂਲੀਅਸ ਪੈਨ ਵੱਲੋਂ ਪ੍ਰੈਸੀਡੈਂਟ ਸੈੱਟ ਕੀਤਾ ਗਿਆ ਸੀ ਜਾਂ ਇੰਸਟਰਕਸ਼ਨ ਦਿੱਤੀਆਂ ਗਈਆਂ ਸੀਗੀਆਂ, ਉਹਦੇ ਵਿੱਚ ਧਾਂਜਲੀਆਂ ਸ਼ੁਰੂ ਹੋ ਗਈਆਂ। ਨੰਬਰ 1 ਕਿ ਇਸ ਵਾਰੀ ਪਹਿਲੀ ਵਾਰੀ ਇਹ ਹੋਇਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕਿ ਜਿਹੜੀਆਂ ਵੋਟਾਂ ਬਣਦੀਆਂ ਹੈਗੀਆਂ ਉਹ ਸਿਰਫ ਤੇ ਸਿਰਫ ਇੱਕ ਧਿਰ ਜਿਹੜੀ ਆ ਉਹ ਆਪਣੀ ਮਰਜ਼ੀ ਨਾਲ ਬਣਾਊਗੀ, ਦੂਜੀ ਧਿਰ ਨੂੰ ਇਨਵੋਲਵ ਨਹੀਂ ਕੀਤਾ ਜਾਊਗਾ। ਤੇ ਜਿਹੜੀਆਂ ਵੋਟਾਂ ਜਸਵਿੰਦਰ ਸਿੰਘ ਜੰਡੀ ਹੋਣਾ ਦੀ ਸੁਪਰੀਮ ਕੌਂਸਲ ਨੇ ਬਣਾਈਆਂ, ਉੱਤੇ ਇਹਨਾਂ ਨੇ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਡਿਸਪਲੇ ਕੀਤਾ ਕਿ ਸਿਰਫ ਤੇ ਸਿਰਫ ਇਹ ਵੋਟਾਂ ਹੀ ਜਿਹੜੀਆਂ ਰਜਿਸਟਰ ਕੀਤੀਆਂ ਜਾਣਗੀਆਂ, ਜਿਹੜੀਆਂ ਬਾਹਰ ਸਿੱਖ ਸੰਗਤ ਕੋਲੋਂ ਵੋਟਾਂ ਬਣਾ ਰਹੇ ਆ ਉਹ ਜਿਹੜੀਆਂ ਲਿਸਟ ਦੇ ਵਿੱਚ ਨਹੀਂ ਕੀਤੀਆਂ ਜਾਣਗੀਆਂ। ਉਹ ਜਿਹੜਾ ਕੇਸ ਆ ਸਾਡਾ ਪੈਂਡਿੰਗ ਆ, ਜੱਜ ਸਾਹਿਬ ਦੇ ਕੋਲ ਉਹ ਸਾਰਾ ਮੋਸ਼ਨ ਗਿਆ ਹੈਗਾ, ਜਿੱਦਣ ਵੀ ਉਹਦੇ ਉੱਤੇ ਹੀਅਰਿੰਗ ਆਊਗੀ ਉਹ ਦੱਸਾਂਗੇ। ਪਰ ਟੂ ਆਨਸਰ ਯੂਅਰ ਕੁਐਸਚਨ ਕਿ ਗੁਰਦੁਆਰਾ ਸਾਹਿਬ ਦੇ ਸੰਵਿਧਾਨ ਦੇ ਵਿੱਚ ਇਹੋ ਜਿਹੀ ਕੋਈ ਚੀਜ਼ ਨਹੀਂ ਹੈਗੀ, ਪਰ ਜਿਹੜਾ ਜੱਜ ਜੂਲੀਅਸ ਪੈਨ ਨੇ ਰੂਲ ਸੈੱਟ ਕੀਤੇ ਸੀਗੇ ਤੇ ਜੱਜ ਸਵਰਾ ਨੇ ਜਦੋਂ 2005 ਦੇ ਵਿੱਚ ਇਲੈਕਸ਼ਨ ਕਰਾਈ ਸੀਗੀ ਤੇ ਉਹਨੇ ਇਹ ਜਿਹੜਾ ਸਾਰਾ ਪ੍ਰੈਕਟੀਕਲ ਗੁਰਦੁਆਰਾ ਸਾਹਿਬ ਕੀਤਾ ਸੀ। ਤੇ ਉਸ ਤੋਂ ਬਾਅਦ ਦੇ ਵਿੱਚ ਤਕਰੀਬਨ 2014 ਜਾਂ 2016 ਤੱਕ ਇਹ ਸਾਰਾ ਕੁਝ ਚੱਲਦਾ ਰਿਹਾ, ਪਰ ਹੁਣ ਇਹਦੇ ਉੱਪਰ ਇਲੈਕਸ਼ਨ ਕਮਿਸ਼ਨਰ ਬਾਇਸ ਹੋਣ ਕਰਕੇ ਉਹਨੇ ਜਿਹੜੀਆਂ ਸਾਰੀਆਂ ਚੀਜ਼ਾਂ ਆ ਉਹ ਦੂਸਰੀ ਪਾਰਟੀ ਦੀਆਂ ਖੋਲੀਆਂ ਹੈਗੀਆਂ, ਉਹਨਾਂ ਨੂੰ ਕੁਝ ਵੀ ਨਹੀਂ ਕਰਨ ਦੇ ਰਿਹਾ। ਤੇ ਜੋ ਕੁਛ ਕਹਿੰਦਾ ਕਰਨਾ ਮੈਂ ਆਪਣੀ ਮਰਜ਼ੀ ਨਾਲ ਕਰਨਾ, ਤੁਸੀਂ ਜਾ ਕੇ ਜੋ ਕਰਨਾ ਕੋਰਟ 'ਚ ਕਰ ਲਓ, ਮੇਰੀ ਮਰਜ਼ੀ ਹੈ ਜੀ। ਮਾਨ ਸਾਹਿਬ, ਇਹ ਤੋਂ ਪਹਿਲਾਂ ਮੈਂ ਅਗਲੇ ਸਵਾਲ ਤੇ ਆਵਾਂ। ਕੱਲ ਨੂੰ ਜੇ ਸਿੱਖ ਪੰਚਾਇਤ ਦੇ ਉਮੀਦਵਾਰ ਆਉਂਦੇ ਨੇ ਵੀ ਅਸੀਂ ਲਾਈਵ ਡਿਬੇਟ ਕਰਨ ਨੂੰ ਤਿਆਰ ਆ ਤੁਹਾਡੇ ਗਰੁੱਪ ਦੇ ਕੁਝ ਨੁਮਾਇੰਦਿਆਂ ਨਾਲ, ਕੀ ਤੁਸੀਂ ਜਾਂ ਤੁਹਾਡੇ ਕੈਂਡੀਡੇਟ ਤਿਆਰ ਨੇ ਵੀ ਸਿੱਖ ਪੰਚਾਇਤ ਦੇ ਉਮੀਦਵਾਰਾਂ ਦੇ ਨਾਲ ਲਾਈਵ ਡਿਬੇਟ ਆਪਾਂ ਟੀਵੀ ਤੇ ਕਰ ਸਕੀਏ? ਵਾਸੀ ਸਾਹਿਬ ਵੈਰੀ ਕਲੀਅਰ ਕਿ ਉਹਨਾਂ ਦੇ 5 ਉਮੀਦਵਾਰ ਤੇ ਸਾਡੇ 5 ਉਮੀਦਵਾਰ, ਸਾਡੇ 5 ਉਮੀਦਵਾਰ ਰੈਡੀ ਆ। ਜਦੋਂ ਵੀ ਕੋਈ ਵੀ ਪਲੇਟਫਾਰਮ ਉਹਨਾਂ ਨੂੰ ਸੱਦਾ ਦਿੰਦਾ, ਪਰ ਇੱਕ ਸ਼ਰਤ ਦੇ ਉੱਪਰ ਕਿ ਕੁਐਸਚਨ ਜਿਹੜੇ ਆ ਗੁਰਦੁਆਰਾ ਸਾਹਿਬ ਦੀ ਕਰੰਟ ਇਲੈਕਸ਼ਨ ਦੇ ਸੰਬੰਧ ਵਿੱਚ ਹੋਣੇ ਚਾਹੀਦੇ ਆ, ਨਾ ਕਿ ਪ੍ਰੋਗਰਾਮ ਦੇ ਵਿੱਚ ਜਾ ਕੇ ਖੱਲੜ ਪਾਇਆ ਜਾਵੇ। ਸਾਡੇ 5 ਉਮੀਦਵਾਰ, ਮੈਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਇਹ ਜਿਹੜਾ ਆ ਆਪਣੇ ਵੱਲੋਂ ਤੁਹਾਡੇ ਨਾਲ ਵਾਅਦਾ ਕਰਦਾ ਤੇ ਬਾਕੀ ਪਲੇਟਫਾਰਮਾਂ ਤੇ ਵਾਅਦਾ ਕਰਦਾ, ਕੋਈ ਵੀ ਪਲੇਟਫਾਰਮ ਜਿਹੜਾ ਆ ਉਹ ਇਹਨਾਂ ਦੀ ਡਿਬੇਟ ਕਰਾਉਣਾ ਚਾਹੁੰਦਾ, ਕੁਐਸਚਨ ਆਨਸਰ ਪੁੱਛਣਾ ਚਾਹੁੰਦਾ, ਅਸੀਂ ਰੈਡੀ ਹਾਂ ਜੀ। ਮੈਂ ਇੱਕ ਨਾ PDF ਫਾਈਲ ਸਕਰੀਨ ਤੇ ਲੈ ਕੇ ਆ ਰਿਹਾ, PDF ਫਾਈਲ 2 ਸਕਰੀਨ ਤੇ ਲਿਆਂਦੀ ਜਾਵੇ। ਹਾਂਜੀ, ਇਹਨੂੰ ਸਕਰੋਲ ਕਰੋ ਥੱਲੇ, ਇਹ ਗੁਰਦੁਆਰਾ ਸਾਹਿਬ ਦੇ ਬਾਇਲਾਜ਼ ਨੇ ਤੇ ਇਹਦੇ ਵਿੱਚੋਂ ਕੁਝ ਸਵਾਲ ਤੁਹਾਡੇ ਨਾਲ ਕਰਾਂਗੇ। ਇਹਨੂੰ ਅਗਲੇ ਪੇਜ ਤੇ ਲੈ ਕੇ ਜਾਓ, ਪੇਜ ਨੰਬਰ 3 ਤੇ ਲੈ ਕੇ ਜਾਓ। ਮਾਨ ਸਾਹਿਬ, ਆਰਟੀਕਲ 5 ਆ ਬਾਇਲਾਜ਼ ਦਾ, ਇਹਦੇ ਵਿੱਚ ਮੇਰੇ ਖਿਆਲ 'ਚ ਐਗਜ਼ੈਕਟਿਵ ਕਮੇਟੀ ਦੇ ਬਾਰੇ ਜਾਣਕਾਰੀ ਦਿੱਤੀ ਹੋਈ ਆ। ਸੋ ਪਲੀਜ਼ ਇਹ ਐਕਸਪਲੇਨ ਕਰੋ ਵੀ ਇਹ ਕੀ ਚੀਜ਼ ਹੈਗੀ ਆ ਤੇ ਕੀ ਮੌਜੂਦਾ ਧਿਰ ਜਿਹੜੀ ਹੈਗੀ ਆ ਇਸ ਚੀਜ਼ ਨੂੰ ਫਾਲੋ ਕਰ ਰਹੀ ਆ। ਇਹਨੂੰ ਸਲਾਈਡ ਤੇ ਵੀ ਰਹਿਣ ਦਿਓ। ਮੈਂ ਇਹਦੇ ਬਾਰੇ ਗੱਲ ਤੁਹਾਨੂੰ ਦੱਸ ਰਿਹਾ ਮਸੀ ਸਾਹਿਬ। ਗੁਰਦੁਆਰਾ ਸਾਹਿਬ ਦੇ ਬਾਈਲਾ ਜਿਸ ਵੇਲੇ ਲਿਖੇ ਗਏ ਸੀਗੇ, ਉਸ ਵੇਲੇ ਇਹ 2 ਜਿਹੜੇ ਹਾਊਸ ਬਣਾਏ ਗਏ ਸੀ, ਜਿੱਦਾਂ ਇੱਥੇ ਆਪਣੇ ਸਟੇਟ ਦੇ ਵਿੱਚ ਸੈਨੇਟ ਤੇ ਜਿਹੜਾ ਅਸੈਂਬਲੀ ਹਾਊਸ ਆ, ਤੇ ਫੈਡਰਲ ਸਿਸਟਮ ਦੇ ਵਿੱਚ ਕਾਂਗਰਸਮੈਨ ਤੇ ਸੈਨੇਟਰ ਹੈਗੇ ਆ। ਇਸੇ ਤਰ੍ਹਾਂ ਤਾਂ ਕਿ ਜਿਹੜੀਆਂ ਸਿਸਟਮ ਦੇ ਵਿੱਚ ਗਲਤੀਆਂ ਹੋਣ ਉਹਨਾਂ ਨੂੰ ਸੁਧਾਰਿਆ ਜਾਵੇ। ਜਿਹੜੀ ਸੁਪਰੀਮ ਕੌਂਸਲ ਆ ਉਹਦੀ ਡਿਊਟੀ ਹੈਗੀ ਆ ਕਿ ਤੁਸੀਂ ਓਵਰਆਲ ਜਿਹੜਾ ਸਿਸਟਮ ਆ ਉਹਨੂੰ ਦੇਖਣਾ, ਨਾ ਕਿ ਸਿਸਟਮ ਨੂੰ ਚਲਾਉਣਾ। ਕਿ ਸਿਸਟਮ ਚਲਾਉਣਾ ਐਗਜ਼ੈਕਟਿਵ ਕਮੇਟੀ ਦਾ ਜ਼ਿੰਮੇਵਾਰੀ ਆ।
ਸੋ ਜਿਸ ਵੇਲੇ ਸੁਪਰੀਮ ਕੌਂਸਲ ਇਲੈਕਟ ਹੋ ਜਾਂਦੀ ਆ, ਉਹਨਾਂ ਨੂੰ ਐਗਜ਼ੈਕਟਿਵ ਕਮੇਟੀ ਬਣਾਉਣੀ ਪੈਂਦੀ ਆ। ਫਿਰ ਐਗਜ਼ੈਕਟਿਵ ਕਮੇਟੀ ਦੀਆਂ ਡਿਊਟੀਆਂ ਜਿਹੜੀਆਂ ਬਾਈ ਲਾਅ ਦੇ ਵਿੱਚ ਬੜੀ ਚੰਗੀ ਤਰ੍ਹਾਂ ਲਿਖੀਆਂ ਗਈਆਂ। ਐਗਜ਼ਾਮਪਲ, ਬਾਈ ਲਾਅ ਦੇ ਵਿੱਚ ਜੇ ਅਸੀਂ ਬਾਈ ਲਾਅ ਨੂੰ ਫੋਲੋ ਨਹੀਂ ਕਰਦੇ, ਉਹਦੇ ਮੁਤਾਬਕ ਸੰਵਿਧਾਨ ਦੇ ਮੁਤਾਬਕ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਨਹੀਂ ਚਲਾਉਂਦੇ, ਤੇ ਸੁਪਰੀਮ ਕੌਂਸਲ ਸਾਨੂੰ ਸੱਦ ਕੇ ਸਵਾਲ ਪੁੱਛ ਸਕਦੀ ਆ ਤੇ ਸਾਡੀ ਜਿਹੜੀ ਛੁੱਟੀ ਵੀ ਕਰ ਸਕਦੀ ਆ। ਤੇ ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਤੋਂ ਬਾਹਰ ਹੋਰ ਸਾਡੇ ਨੈਸ਼ਨਲ ਇੰਟਰਨੈਸ਼ਨਲ ਬਹੁਤ ਸਾਰੇ ਮਸਲੇ ਹੈਗੇ ਆ। ਉਹ ਸੁਪਰੀਮ ਕੌਂਸਲ ਦੀ ਜ਼ਿੰਮੇਵਾਰੀ ਆ ਕਿ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਤਾਲਮੇਲ ਕਿਸ ਤਰ੍ਹਾਂ ਬਣਾ ਕੇ ਰੱਖਣਾ ਤਾਂ ਕਿ ਗੁਰਦੁਆਰਾ ਸਾਹਿਬ ਦਾ ਜਿਹੜਾ ਮਾਹੌਲ ਆ ਉਹ ਸੁਖਾਵਾਂ ਹੋਵੇ, ਸੰਗਤ ਇੱਥੇ ਆਵੇ, ਸ਼ਬਦ ਕੀਰਤਨ ਸੁਣੇ ਤੇ ਆਪਣੇ ਘਰਾਂ ਨੂੰ ਜਾਣਾ ਚਲੀ ਜਾਵੇ, ਉੱਥੇ ਲੜਾਈ ਵਾਲਾ ਮਾਹੌਲ ਨਾ ਬਣੇ। ਤੇ ਜਿਹੜੇ ਪ੍ਰਬੰਧਕ ਹੈਗੇ ਐਗਜ਼ੈਕਟਿਵ ਕਮੇਟੀ ਵਾਲੇ, ਉਹ ਸੰਗਤ ਨੂੰ ਜੇ ਠੀਕ ਤਰੀਕੇ ਦੇ ਨਾਲ ਟਰੀਟ ਨਹੀਂ ਕਰਦੇ ਹੈਗੇ ਜਾਂ ਉਹਨਾਂ ਦੀ ਸੇਵਾ ਨਹੀਂ ਕਰਦੇ ਹੈਗੇ, ਤੇ ਉਹਨਾਂ ਦੇ ਉੱਤੇ ਐਗਜ਼ੈਕਟਿਵ ਕਮੇਟੀ ਦੇ ਉੱਪਰ ਐਕਸ਼ਨ ਲਿਆ ਜਾਵੇ। ਜੀ, ਸੋ ਤੁਹਾਡੇ ਮੁਤਾਬਕ ਜਿਹੜੀ ਮੌਜੂਦਾ ਪੰਚਾਇਤ ਜਿਹੜਾ ਗਰੁੱਪ ਇਸ ਵੇਲੇ ਰਨ ਕਰ ਰਿਹਾ ਗੁਰਦੁਆਰਾ ਸਾਹਿਬ ਨੂੰ, ਕੀ ਆਰਟੀਕਲ 5 ਆਫ ਦੀ ਬਾਇਲਾ ਨੂੰ ਪ੍ਰੋਪਰ ਤਰੀਕੇ ਨਾਲ ਫਾਲੋ ਕਰ ਰਹੇ ਨੇ? ਐਬਸੋਲੂਟਲੀ ਨਾਟ। ਜਿਹੜੇ ਇਹ 5 ਸੁਪਰੀਮ ਕੌਂਸਲ ਆ, ਇਹਦੇ ਵਿੱਚੋਂ ਜਸਵਿੰਦਰ ਸਿੰਘ ਜੰਡੀ ਬੋਰਡ ਆਫ ਡਾਇਰੈਕਟਰ ਆ, ਪਰ ਆਪਣੇ ਆਪ ਨੂੰ ਪ੍ਰੈਜ਼ੀਡੈਂਟ ਇਹਨੇ ਸੈਕਟਰੀ ਆਫ ਸਟੇਟ ਨਾਲ ਰਜਿਸਟਰਡ ਕੀਤਾ ਆ। ਤੇ ਦੂਸਰੇ ਜਿਹੜੇ ਹੈਗੇ ਆ ਰਜਿੰਦਰ ਸਿੰਘ ਰਾਜਾ, ਉਹਨੇ ਆਪਣੇ ਆਪ ਨੂੰ ਜਿਹੜਾ ਸੈਕਟਰੀ ਆਫ ਸਟੇਟ ਦੇ ਵਿੱਚ ਟ੍ਰੇਜਰ ਨਾਲ ਰਜਿਸਟਰ ਕੀਤਾ, ਤੇ ਟ੍ਰੇਜਰ ਜਿਹੜੀਆਂ ਚੈੱਕਾਂ ਸਾਈਨ ਹੁੰਦੀਆਂ ਉਹਦੇ ਤੇ ਹੁੰਦੀਆਂ, ਜਿਹੜਾ ਕਿ ਇੱਕ ਸਿੱਧੇ ਤੌਰ ਤੇ ਗੁਰਦੁਆਰਾ ਸਾਹਿਬ ਦੇ ਸੰਵਿਧਾਨ ਦੀ ਜਿਹੜੀ ਆ ਉਹ ਬੇਇੱਜ਼ਤੀ ਕਹਿ ਲਓ, ਜਾਂ ਉਹਨੂੰ ਨਹੀਂ ਫੋਲੋ ਕੀਤਾ ਜਾ ਰਿਹਾ, ਜਾਂ ਸੰਵਿਧਾਨ ਦੇ ਨਾਲ ਧਾਂਜਲੀਆਂ ਕਰ ਰਹੇ ਆ, ਜਾਂ ਸੰਵਿਧਾਨ ਨੂੰ ਇੱਕ ਪਾਸੇ ਰੱਖ ਕੇ ਆਪਣੀ ਮਨਮਰਜ਼ੀ ਕਰ ਰਿਹਾ। ਜਿਹੜਾ ਵੀ ਸ਼ਬਦ ਸੰਗਤ ਨੂੰ ਚੰਗਾ ਲੱਗਦਾ ਉਹ ਯੂਜ਼ ਕਰ ਸਕਦੇ। ਇਸੇ ਹੀ ਪੀਡੀਐਫ ਫਾਈਲ ਨੂੰ ਆਪਾਂ ਅੱਗੇ ਸਕਰੋਲ ਡਾਊਨ ਕਰਦੇ ਆ, ਇਹਦੇ ਵਿੱਚ ਕੁਝ ਹੋਰ ਸਵਾਲ ਨੇ। ਪੇਜ ਨੰਬਰ ਮੇਰੇ ਖਿਆਲ 3 ਦੇ ਉੱਪਰ ਇਹਨੂੰ ਸਕਰੋਲ ਡਾਊਨ ਕਰੋ, ਇੱਥੇ ਰੋਕੋ, ਤੈਨੂੰ ਸਕਰੀਨ ਨੂੰ ਵੱਡਾ ਕਰੋ, ਇਹਨੂੰ ਪੂਰਾ ਹਾਈਲਾਈਟ ਕਰਕੇ ਸਕਰੀਨ ਤੇ ਲੈ ਕੇ ਆਓ। ਇਹਨੂੰ ਥੋੜਾ ਸਕਰੋਲ ਡਾਊਨ ਕਰੋ। ਮਾਨ ਸਾਹਿਬ, ਆਰਟੀਕਲ 9 ਆ ਤੁਹਾਡੇ ਬਾਇਲਾਜ਼ ਦਾ। ਮੈਂ ਚਾਹਾਂਗਾ ਤੁਸੀਂ ਇਹਦੇ ਬਾਰੇ ਵੀ ਥੋੜਾ ਜਿਹਾ ਸੰਗਤ ਨੂੰ ਦੱਸੋ ਵੀ ਕੀ ਮੌਜੂਦਾ ਕਾਬਜ਼ ਧੜਾ ਜਿਹੜਾ ਹੈਗਾ ਸਿੱਖ ਪੰਚਾਇਤ ਆਰਟੀਕਲ 9 ਦੀ ਫਾਲੋ ਕਰ ਰਹੀ ਆ ਜਾਂ ਨਹੀਂ ਕਰ ਰਹੀ, ਜਾਂ ਆਰਟੀਕਲ 9 ਹੈ ਕੀ ਚੀਜ਼ ਆ? ਜਿਹੜੀ ਆਰਟੀਕਲ 9 ਆ ਉਹਦੀ ਬਿਲਕੁਲ ਧੱਜੀਆਂ ਜਿਹੜੀਆਂ ਰਾਈਆਂ ਜਾ ਰਹੀਆਂ। ਇਟ ਸੇਜ਼ every effort should be made by the executive committee to reach a decision unanimously. However, if the member, executive committee ਹੈ ਨਹੀਂ ਗੀ ਤੇ decision ਉੱਥੇ ਕੌਣ ਕਰੂਗਾ ਤੁਹਾਡੇ ਲਈ? ਜੀ, ਇਸ ਹਾਈਜੈਕ ਹੋਇਆ ਹੈਗਾ ਗੁਰਦੁਆਰਾ ਸਾਹਿਬ ਦਾ ਸਾਰਾ ਸਿਸਟਮ। ਸੋ ਇਹ ਜਿਹੜਾ ਆਰਟੀਕਲ 9 ਹੈ ਇਹਦੀ 100% ਜਿਹੜੀ ਆ ਇਹ ਜਸਵਿੰਦਰ ਸਿੰਘ ਜੰਡੀ ਤੇ ਉਹਦੇ ਨਾਲ ਦੇ ਜਿਹੜੇ ਦੂਸਰੇ 5 ਹੈਗੇ ਨੇ ਮੈਂਬਰ, ਬਿਲਕੁਲ ਇਹ ਜਿਹੜਾ ਇਹਨੂੰ ਹਾਈਜੈਕ ਕੀਤਾ ਹੋਇਆ ਹੈਗਾ ਸੰਗਤ ਦੇ ਸਿਸਟਮ ਨੂੰ। ਇੱਕ ਦੋ ਸਵਾਲ ਮੈਂ ਪੁੱਛਣੇ ਚਾਹਾਂਗਾ ਬਾਇਲਾ ਦੇ ਮੁਤਾਬਕ, ਤੁਹਾਡੀ ਟੋਟਲ ਵੋਟ ਕਿੰਨੀ ਆ? ਗੁਰਦੁਆਰਾ ਸਾਹਿਬ ਦੀ ਟੋਟਲ ਵੋਟ ਇਸ ਵੇਲੇ ਪਲੱਸ ਮਾਈਨਸ 2%, 18,000 ਜਿਹੜੀ ਵੋਟ ਹੈਗੀ ਆ। ਜਿਹੜੀ ਮੈਂ ਤੁਹਾਨੂੰ ਵੋਟ ਜਿਹੜੀ ਲਾਸਟ ਵੋਟਰ ਲਿਸਟ ਹੈਗੀ ਆ ਉਹਦੇ ਬਾਰੇ ਕਰਨਾ ਕਿ ਉਸ ਵੇਲੇ 18,100-200 ਵੋਟ ਸੀਗੀ। ਜਿਹੜੀਆਂ ਹੋਇਆ ਇਸ ਵਾਰੀ ਨਵੀਆਂ ਬੜੀਆਂ ਉਹਨਾਂ ਦਾ ਸਾਨੂੰ ਪਤਾ ਨਹੀਂ, ਉਹ ਐਡ ਨਹੀਂ ਕੀਤੀਆਂ, ਸਾਡੇ ਕੋਲ ਲਿਸਟ ਨਹੀਂ ਜੀ। ਸੋ ਮਿਨੀਮਮ 18,000 ਵੋਟ ਹੈਗੀ ਆ। 18,000 ਨੰਬਰ ਲੈ ਕੇ ਚੱਲਦਾ ਜੀ। ਐਂਡ ਗੁਰਦੁਆਰਾ ਸਾਹਿਬ ਜਿਹੜਾ ਦੀਵਾਨ ਹਾਲ ਆ ਉਹ ਇੱਕ ਸਮੇਂ ਤੇ ਮੈਕਸਿਮਮ ਕਿੰਨੇ ਵਿਅਕਤੀਆਂ ਨੂੰ ਹੋਲਡ ਕਰ ਸਕਦਾ ਆ, ਜੋ ਮੇਨ ਦਰਬਾਰ ਹਾਲ ਆ? ਗੁਰਦੁਆਰਾ ਸਾਹਿਬ ਦਾ ਜਿਹੜਾ ਮੇਨ ਹਾਲ ਦਾ ਦਰਵਾਜ਼ਾ ਹੈਗਾ ਉਹਦੇ ਤੇ ਲਿਖਿਆ ਕਿ 1075 ਬੰਦੇ ਜਿਹੜੇ ਆ ਐਟ ਏ ਟਾਈਮ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਸਕਦੇ ਆ। ਮਤਲਬ ਮੇਨ ਦਰਬਾਰ ਹਾਲ ਦਾ ਗਿਵ ਐਂਡ ਟੇਕ ਆਪਾਂ 1200 ਦੇ ਮਤਲਬ 100-200 ਬੰਦਾ ਅੱਗੇ ਪਿੱਛੇ ਕਰਕੇ 1200 ਮੈਕਸਿਮਮ। ਨੋ, ਜਿਹੜੀ ਕਪੈਸਿਟੀ ਉਹਦੇ ਤੇ ਲਿਖੀ ਹੈਗੀ ਆ ਫਾਇਰ ਮਾਰਸ਼ਲ ਨੇ ਦਿੱਤੀ ਹੈ ਕਿ 1075 ਬੰਦੇ ਬੈਠ ਸਕਦੇ ਆ। ਤੇ ਜਦੋਂ ਤੁਸੀਂ ਜਨਰਲ ਬਾਡੀ ਮੀਟਿੰਗ ਕਰਨੀ ਹੁੰਦੀ ਆ, ਕੋਰਮ ਪੂਰਾ ਕਰਨ ਵਾਸਤੇ ਵੋਟਾਂ ਦੀ ਟੋਟਲ ਕਿੰਨੀ ਪ੍ਰਤੀਸ਼ਤ ਹੋਣੀ ਚਾਹੀਦੀ ਆ ਕੋਰਮ ਪੂਰਾ ਕਰਨ ਵਾਸਤੇ? ਬਸ ਇਸ ਤੋਂ ਪਹਿਲਾਂ ਮੈਂ ਜ਼ਰੂਰ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਕੋਰਮ ਕੀ ਚੀਜ਼ ਹੈਗੀ ਆ। ਕੋਰਮ ਚੀਜ਼ ਇਹ ਹੈਗੀ ਆ ਕਿ ਗੁਰਦੁਆਰਾ ਸਾਹਿਬ ਦੇ ਜਿੰਨੇ ਟੋਟਲ ਮੈਂਬਰ ਆ ਉਹਦੇ ਜਿਹੜਾ 1/5 20% ਜਿਹੜਾ ਉਹਦਾ ਆ ਉਹ ਹਾਜ਼ਰ ਹੋਣਾ ਚਾਹੀਦਾ ਕੋਈ ਵੀ ਡਿਸੀਜਨ ਕਰਨ ਤੋਂ ਪਹਿਲਾਂ, ਤੇ ਉਹ ਰਜਿਸਟਰਡ ਮੈਂਬਰ ਹੋਣੇ ਚਾਹੀਦੇ ਆ।
ਜਿਹੜੇ ਜਿਹੜੇ ਮੈਂਬਰ ਆ ਉਹਦੇ ਵਿੱਚ ਆਮ ਸੰਗਤ ਨਹੀਂ ਹੋਣੀ ਚਾਹੀਦੀ। ਸੋ ਰਜਿਸਟਰ ਜੀ, ਮੈਂਬਰ ਜੋ ਲੇਕਿਨ ਕਨਸਟੀਟਿਊਸ਼ਨ ਦੇ ਵਿੱਚ ਤੁਹਾਡੀ ਵੋਟਾਂ ਦੇ ਮੁਤਾਬਕ ਕਿੰਨੇ ਪਰਸੈਂਟ, ਕਿੰਨੇ 100 ਵੋਟਰ ਚਾਹੀਦਾ ਹੈਗਾ ਆ ਤਾਂ ਤੁਹਾਡਾ ਜਾ ਕੇ ਮਿਨੀਮਮ ਕੁਆਰਮ ਪੂਰਾ ਹੁੰਦਾ ਹੈ? ਆਮ ਕੋਰਮ ਨੂੰ ਵੀ ਜਿਹੜਾ ਆ ਟਵਿਸਟ ਕੀਤਾ ਜਾਂਦਾ। ਮੈਂ ਦੋਨੋਂ ਸਾਈਡਾਂ ਦੱਸ ਦਿੰਦਾ। ਜਿਹੜਾ ਸੰਵਿਧਾਨ ਦੇ ਵਿੱਚ ਕੋਰਮ ਲਿਖਿਆ ਗਿਆ ਉਹ ਹੈਗਾ ਕਿ 18,000 ਦਾ 20%, 18,000 ਦਾ 20% ਜਿਹੜਾ 3600 ਬੰਦਾ ਬਣਦਾ। ਜਿਹੜਾ ਕਿ ਗੁਰਦੁਆਰਾ ਸਾਹਿਬ ਦੇ ਕੋਲ ਇਦਾਂ ਦੇ 4 ਹਾਲ ਹੋਣ ਤੇ ਤਾਂ ਜਿਹੜਾ ਕੋਰਮ ਪੂਰਾ ਹੁੰਦਾ। ਤੇ ਜੇ ਆਪਾਂ ਦੂਸਰਾ ਪਾਸਾ ਲੈ ਲਈਏ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਪਿਛਲੀ ਵਾਰੀ 7600 ਵੋਟ ਪਈ ਆ ਤੇ 7600 ਦਾ ਜਿਹੜਾ 20% ਆ ਤਕਰੀਬਨ 1500 ਤੇ 20 ਬੰਦੇ ਬਣਦੇ ਆ, 1520 21 ਬੰਦੇ ਬਣਦੇ ਆ। 2-4 ਬੰਦੇ ਅੱਗੇ ਪਿੱਛੇ ਮੈਚ ਦੇ ਵਿੱਚ ਹੋਣਗੇ। ਦੋਨਾਂ ਪਰ ਹਾਲਤਾਂ ਦੇ ਜਿਹੜਾ ਵਿੱਚ ਦੋਨਾਂ ਹਾਲਤਾਂ ਦਾ ਹਾਲ ਪੈਕ ਹੋਣਾ ਚਾਹੀਦਾ ਹੈ, ਰਾਈਟ? ਦੋਨਾਂ ਹਾਲਤਾਂ ਦੇ ਵਿੱਚ ਹਾਲ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਜਿਹੜਾ ਦਰਬਾਰ ਹਾਲ ਆ ਉਹਦੇ ਵਿੱਚ ਜਨਰਲ ਬਾਡੀ ਮੀਟਿੰਗ ਨਹੀਂ ਹੋ ਸਕਦੀ ਕਿਉਂਕਿ ਉੱਥੇ ਜਿਹੜੀ ਕਪੈਸਿਟੀ ਹੈਗੀ ਆ ਹਾਲ ਦੀ ਉਹ 1075 ਆ ਤੇ ਮੈਂਬਰ ਜ਼ਿਆਦਾ ਆ। ਸੋ ਪੀਰੀਅਡ ਲੇਕਿਨ ਜਦੋਂ ਲਾਸਟ ਜਨਰਲ ਬਾਡੀ ਮੀਟਿੰਗ ਹੋਈ ਆ, ਜਿਹੜੀ ਡਿਟੇਲ ਕੋਰਟ ਦੇ ਵਿੱਚ ਸਿੱਖ ਪੰਚਾਇਤ ਨੇ ਸਬਮਿਟ ਕੀਤੀ ਆ ਵੀ ਅਸੀਂ ਜਨਰਲ ਬਾਡੀ ਮੀਟਿੰਗ ਕਰਕੇ ਕੋਰਮ ਪੂਰਾ ਕੀਤਾ ਆ, ਸੋ ਉਹਦੇ ਬਾਰੇ ਤੁਸੀਂ ਦੱਸੋ ਕਿ ਉਹਨਾਂ ਨੇ ਜਨਰਲ ਬਾਡੀ ਮੀਟਿੰਗ ਦੀ ਕੋਰਮ ਦੀਆਂ ਉਲੰਘਣਾ ਕੀਤੀ ਆ ਜਾਂ ਕਿਸ ਤਰੀਕੇ ਨਾਲ ਉਹਨਾਂ ਨੇ ਕੋਰਮ ਪੂਰਾ ਕੀਤਾ? ਬਾਹਰ ਕੋਈ ਟੈਂਟ ਲਾਇਆ ਸੀ, ਉਹਦੇ ਕੋਈ ਫੋਟੋਗ੍ਰਾਫਸ ਹੋਣ, ਮਤਲਬ ਉਹਦੇ ਬਾਰੇ ਥੋੜੀ ਜਾਣਕਾਰੀ ਸੰਗਤ ਨੂੰ ਦਿਓ। ਯਸ ਵਾਸੀ ਸਾਹਿਬ, ਜਿਸ ਦਿਨ ਜਨਰਲ ਬਾਡੀ ਮੀਟਿੰਗ ਸੀਗੀ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਹਾਜ਼ਰ ਸੀਗਾ। ਗੁਰਦੁਆਰਾ ਸਾਹਿਬ ਦੇ ਵਿੱਚ ਕੋਈ 50-60 ਲੇਡੀਜ਼ ਵਾਲੇ ਪਾਸੇ ਬੈਠੇ ਸੀਗੇ ਤੇ 60-70 ਜਿਹੜੇ ਬੰਦੇ ਆ ਇੱਧਰਲੇ ਪਾਸੇ ਬੈਠੇ ਹੀ ਬੱਚੇ ਬੈਠੇ ਸੀਗੇ। ਜੇ ਤਾਂ ਉਹਦੇ ਵਿੱਚੋਂ ਤੁਸੀਂ ਮੈਂਬਰਾਂ ਦੇ ਹਿਸਾਬ ਦੇ ਨਾਲ ਜਾਣਾ ਆ ਤੇ ਮੈਂਬਰ ਤਾਂ ਹੋ ਸਕਦਾ 50-60 ਹੋਣ, ਬਾਕੀ ਜਿਹੜੀ ਆਮ ਸੰਗਤ ਆ ਉਹ ਹੋਊਗੀ। ਪਰ ਇਸ ਨੂੰ ਵੀ ਛੱਡੋ, ਤਕਰੀਬਨ 150 ਦੇ ਲਾਗੇ ਬੱਚੇ, ਬੀਬੀਆਂ, ਭੈਣਾਂ, ਮਾਈਆਂ, ਬਜ਼ੁਰਗ ਤੇ ਬੰਦੇ ਜਿਹੜੇ ਬੈਠੇ ਸੀਗੇ। ਜਿਹੜਾ ਕਿ ਕੋਰਮ ਪੂਰਾ ਹੋਣਾ ਤਾਂ ਇੱਕ ਪਾਸੇ ਰਿਹਾ, ਉਹ ਕੋਹਾਂ ਮੀਲ ਦੂਰ ਸੀਗਾ ਜੀ। ਸੋ ਜਦੋਂ ਇਹ ਚੀਜ਼ ਇਹਨਾਂ ਨੇ ਸਬਮਿਟ ਕੀਤੀ ਆ ਕੋਰਟ ਦੇ ਵਿੱਚ, ਕੀ ਤੁਸੀਂ ਉਸ ਚੀਜ਼ ਨੂੰ ਆਬਜੈਕਟ ਕੀਤਾ? ਆ ਕੋਰਟ ਦੇ ਵਿੱਚ, ਹਾਂਜੀ ਕੋਰਟ ਦੇ ਵਿੱਚ ਇਹ ਰਿਕਾਰਡਡ ਹੈਗਾ। ਸਾਡੇ ਵਕੀਲ ਨੇ 2 ਚੀਜ਼ਾਂ ਕਹੀਆਂ ਕਿ ਜੱਜ ਸਾਹਿਬ ਕੋਰਮ ਪੂਰਾ ਨਹੀਂ ਸੀਗਾ, 200 ਬੰਦਾ ਸੀਗਾ। ਇਹਨਾਂ ਦੇ ਵਕੀਲ ਨੇ ਇਹ ਕਿਹਾ ਕਿ ਸੁਪਰੀਮ ਕੌਂਸਲ ਜਨਾਨੀਮਸ ਆ ਤੇ ਅਸੀਂ ਜਨਰਲ ਬਾਡੀ ਮੀਟਿੰਗ ਕੀਤੀ ਆ। ਸੋ ਜੱਜ ਜਿਹੜਾ ਸੀਗਾ, ਜੱਜ ਇਸ ਵਾਰੀ ਜ਼ਿੰਮੇਵਾਰੀ ਨਹੀਂ ਸੀ ਲੈਣਾ ਚਾਹੁੰਦਾ ਕਿ ਪਿਛਲੀ ਵਾਰੀ ਜਦੋਂ ਇਲੈਕਸ਼ਨ ਦੇ ਵਿੱਚ ਸੁਪਰੀਮ ਕੌਂਸਲ ਡਿਵਾਈਡਡ ਦੇ ਉੱਪਰ ਕੇਸ ਹੋਇਆ ਸੀਗਾ ਤੇ ਜੱਜ ਨੇ ਜਿੱਦਾਂ ਇੰਟਰਵੀਨ ਕੀਤਾ ਤੇ ਉਹਨੇ ਇਲੈਕਸ਼ਨ ਕਰਵਾਈ। ਪਰ ਇਸ ਵਾਰੀ ਜਿਹੜੀ ਇਹ ਸਾਡੇ ਕਹਿਣ ਦੇ ਬਾਵਜੂਦ ਵੀ ਇਹ ਜਿਹੜਾ ਐਫੀਡੇਵਿਟ ਆ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਖਾਮੀਆਂ ਹੈਗੀਆਂ, ਉਹ ਅੰਡਰ ਓਥ ਜਿਹੜੀ ਸਟੇਟਮੈਂਟ ਦਿੱਤੀ ਗਈ ਹੈ ਉਹ ਟਰੂ ਨਹੀਂ ਹੈਗੀ, ਕੋਰਮ ਪੂਰਾ ਨਹੀਂ ਹੋਇਆ। ਪਰ ਜੱਜ ਨੇ ਇਸ ਗੱਲ ਨੂੰ ਜਿਹੜਾ ਇਗਨੋਰ ਕੀਤਾ, ਉਹਨੇ ਪਰਪਸਲੀ ਕੀਤਾ ਹੈਗਾ ਜਾਂ ਉਹਨੇ ਜਾਣਬੁੱਝ ਕੇ ਕੀਤਾ ਹੈਗਾ ਜਾਂ ਉਹਨੇ ਸੱਚਾਈ ਜਿਹੜੀ ਉਹ ਨਹੀਂ ਦੇਖੀ। ਹਾਂ, ਜੱਜ ਸਾਹਿਬ ਇਹ ਦੇਖਣਾ ਚਾਹੁੰਦਾ ਵੀ ਵਾਕਿਆ ਹੀ ਜੇ ਸੁਪਰੀਮ ਕੌਂਸਲ ਦੇ 5 ਮੈਂਬਰ ਜਨੈਨਿਮਸ ਆ ਉਹ ਫੇਅਰ ਇਲੈਕਸ਼ਨ ਕਰਾਉਣਗੇ। ਜਿਹੜੀ ਮੇਰੀ ਰੀਡਿੰਗ ਜੱਜ ਦੀ ਇਹ ਸੀਗੀ, ਇਸੇ ਕਰਕੇ ਉਹਨੇ ਜਿਹੜਾ ਸਾਡਾ ਕੇਸ ਖੁੱਲ੍ਹਾ ਰੱਖਿਆ ਹੈਗਾ ਬਈ ਤੁਸੀਂ ਜਿਹੜਾ ਆ ਜੇ ਤੁਹਾਨੂੰ ਲੱਗਾ ਬਈ ਧਾਂਜਲੀਆਂ ਹੋ ਰਹੀਆਂ ਨੇ, ਹੇਰਾਫੇਰੀ ਹੋ ਰਹੀ ਹੈ, ਫਰਾਡ ਹੋ ਰਹੀ ਹੈ ਇਲੈਕਸ਼ਨ ਦੇ ਵਿੱਚ, ਤੇ ਤੁਸੀਂ ਦੁਬਾਰਾ ਕੋਰਟ ਦੇ ਵਿੱਚ ਆ ਸਕਦੇ ਆ। ਸੋ ਮੈਨੂੰ ਲੱਗਦਾ ਜੱਜ ਦੇ 2 ਪੁਆਇੰਟ ਹੋ ਸਕਦੇ ਆ। ਇੱਕ ਤੋਂ ਸਾਡੀ ਜਿਹੜੀ ਆ ਇੰਟੈਗਰਿਟੀ ਦੇਖਣੀ ਚਾਹੁੰਦੇ ਆ ਵੀ ਅਸੀਂ ਕੋਰਟ ਦੇ ਵਿੱਚ ਜੋ ਕੁਝ ਜਾ ਕੇ ਕਹਿੰਦੇ ਆ ਕੀ ਅਸੀਂ ਉਹ ਬਿਲਕੁਲ ਕਰਦੇ ਆ ਜਾਂ ਅਸੀਂ ਬਾਹਰ ਜਾ ਕੇ ਕੁਝ ਹੋਰ ਕਰਦੇ ਆ, ਕੋਰਟ ਦੇ ਵਿੱਚ ਹੋਰ ਕੁਝ ਕਰਦੇ ਆ। ਇਹ ਮੇਰੀ ਰੀਡਿੰਗ ਆ ਤੇ ਹੋ ਸਕਦਾ ਜੱਜ ਦਾ ਇਹਦੇ ਮੇਰੇ ਤੋਂ ਡਿਫਰੈਂਟ ਵਿਊ ਹੋਵੇ। ਪਰ ਜੱਜ ਜਿਹੜੇ ਬੜੇ ਸਮਾਰਟ ਹੁੰਦੇ ਆ, ਬੜੇ ਕਲੀਅਰ ਹੁੰਦੇ, ਖਾਸ ਕਰਕੇ ਜਦੋਂ ਧਾਰਮਿਕ ਸਥਾਨਾਂ ਦੀਆਂ ਮੁਸ਼ਕਲਾਂ ਆਉਂਦੀਆਂ ਹੈਗੀਆਂ ਉਹ ਪਹਿਲਾਂ ਜੜ ਤੱਕ ਜਾਂਦੇ ਆ ਵੀ ਵਾਕਿਆ ਹੀ ਇਹ ਬੰਦੇ ਜਿਹੜੇ ਆ ਆਨੈਸਟ ਹੈਗੇ ਆ ਜਾਂ ਇਹ ਆਪਣਾ ਇਮਾਨਦਾਰੀ ਨਾਲ ਕੰਮ ਨਹੀਂ ਕਰਦੇ। ਜੀ, ਇਹ ਤਾਂ ਅਕਸਰ ਕੋਰਟਾਂ ਦੇ ਵਿੱਚ ਦੇਖਿਆ ਵੀ ਜੱਜ ਕੋਸ਼ਿਸ਼ ਕਰਦੇ ਆ ਵੀ ਗੁਰੂ ਘਰ ਦੇ ਕੇਸਾਂ ਤੋਂ ਉਹ ਥੋੜਾ ਸਾਈਡ ਤੇ ਹੀ ਰਹਿਣ ਤੇ ਜਿੰਨਾ ਘੱਟ ਤੋਂ ਘੱਟ ਦਖਲਅੰਦਾਜ਼ੀ ਦੇਣੀ ਪਵੇ ਦੇਣ। ਸੋ ਜਦੋਂ ਕਿਸੇ ਪਾਸੇ ਵਾਹ ਨਹੀਂ ਚੱਲਦੀ ਫਿਰ ਜੱਜਾਂ ਨੂੰ ਆਪਣੀ ਪਾਵਰ ਯੂਜ਼ ਕਰਕੇ ਫੈਸਲਾ ਦੇਣਾ ਪੈਂਦਾ ਹੈ। ਮੈਂ ਤੁਹਾਨੂੰ ਇੱਕ PDF ਫਾਈਲ ਹੋਰ ਦਿਖਾਵਾਂਗਾ, ਉਹਦੇ ਬਾਰੇ ਆਪਾਂ ਗੱਲ ਕਰਨੀ ਆ। PDF ਫਾਈਲ 1 ਸਕਰੀਨ ਤੇ ਦਿਖਾਉਣੀ ਆ ਤੁਹਾਨੂੰ ਹੁਣੇ, ਤਾਂ ਤੇ ਸੰਗਤ ਨੂੰ ਦੱਸੋ ਵੀ ਇਹ ਕੀ ਚੀਜ਼ ਹੈਗੀ ਆ। PDF ਫਾਈਲ 1 ਸਕਰੀਨ ਤੇ ਲੈ ਕੇ ਆਓ। ਮਾਨ ਸਾਹਿਬ, PDF ਫਾਈਲ 1 ਹੈਗੀ ਆ, ਇਹਦੇ ਬਾਰੇ ਮੈਂ ਚਾਹਾਂਗਾ ਵੀ ਤੁਸੀਂ ਸੰਗਤ ਨੂੰ ਦੱਸੋ ਵੀ ਇਹ ਕੀ ਚੀਜ਼ ਹੈਗੀ ਆ।
ਇਹ ਹੈਗਾ ਜੀ, ਜਦੋਂ ਵੀ ਤੁਸੀਂ ਕੋਰਟ ਦੇ ਵਿੱਚ ਜਾਣਾ ਹੁੰਦਾ ਤੇ ਕਿਸੇ ਚੀਜ਼ ਦੇ ਉੱਪਰ ਤੁਸੀਂ ਮੋਸ਼ਨ ਫਾਈਲ ਕਰਨਾ ਆ, ਤੇ ਤੁਹਾਨੂੰ ਪਹਿਲਾਂ ਡੈਕਲੇਰੇਸ਼ਨ ਦੇਣਾ ਪੈਂਦਾ ਬਈ ਆ ਜੱਜ ਸਾਹਿਬ ਆਹ ਪ੍ਰੋਬਲਮ ਹੈਗੀ ਆ, ਤੇ ਸਾਡਾ ਇਹਦੇ ਤੇ ਆਹ ਵਿਊ ਹੈਗਾ, ਤੇ ਜਿਹੜੀ ਸਾਡੀ ਵਿਰੋਧੀ ਧਿਰ ਆ ਉਹ ਸਾਡੇ ਵਿਊ ਦੇ ਨਾਲ ਜਿੱਦਾਂ ਐਗਰੀ ਨਹੀਂ ਕਰਦੀ, ਤੇ ਤੂੰ ਹੁਣ ਇਹਦੇ ਉੱਪਰ ਸਾਨੂੰ ਫੈਸਲਾ ਕਰ ਦੇ। ਜਿੱਦਾਂ ਮੋਸ਼ਨ ਮੋਸਟਲੀ ਉਹਨਾਂ ਦੇ ਵਿੱਚ ਇੰਨਾ ਕੀ ਹੁੰਦਾ ਵੀ ਜਦੋਂ ਦੋ ਧਿਰਾਂ ਐਗਰੀ ਨਹੀਂ ਕਰਦੀਆਂ ਤੇ ਫਿਰ ਤੀਜੀ ਧਿਰ ਜਿਹੜੀ ਆ ਜੱਜ ਆ ਉਹਨੂੰ ਇਨਵੋਲਵ ਕੀਤਾ ਜਾਂਦਾ, ਤੇ ਉਹ ਉਹਦੀ ਇੰਟਰਪ੍ਰੀਟੇਸ਼ਨ ਤੁਹਾਨੂੰ ਕਰਕੇ ਦਿੰਦਾ। ਇਹ ਡੈਕਲੇਰੇਸ਼ਨ ਜਿਹੜੀ ਹੈਗੀ ਹੈ ਜਸਪ੍ਰੀਤ ਸਿੰਘ ਵੱਲੋਂ ਦਿੱਤੀ ਗਈ ਆ, ਸੋ ਇਹ ਕੀ ਚੀਜ਼ ਹੈਗੀ ਹੈ, ਥੋੜਾ ਇਸ ਡੈਕਲੇਰੇਸ਼ਨ ਦੇ ਬਾਰੇ ਕਲੀਅਰਲੀ ਦੱਸੋ। ਇਹ ਤੁਸੀਂ ਜੇ ਇਹਨੂੰ ਫੁੱਲ ਸਕਰੀਨ ਤੇ ਕਰ ਦੋ ਤਾਂ ਮੈਂ ਚੰਗੀ ਤਰ੍ਹਾਂ ਪੜ੍ਹ ਕੇ ਦੱਸ ਦਿੰਦਾ। ਜਿਹੜਾ ਹਾਈਲਾਈਟ ਏਰੀਆ ਹੈਗਾ, ਬੇਨਤੀ ਕਰਾਂਗਾ ਵੀ ਇਹਨੂੰ ਡੈਕਲੇਰੇਸ਼ਨ ਨੂੰ ਫੁੱਲ ਸਕਰੀਨ ਤੇ ਲੈ ਕੇ ਆਓ, ਸਲੋਲੀ ਸਕਰੋਲ ਡਾਊਨ ਕਰਿਓ, ਸ਼ੁਰੂ ਤੋਂ ਉੱਪਰ ਤੋਂ ਲੈ ਕੇ ਆਓ, ਪੇਜ ਨੰਬਰ 1 ਤੋਂ। ਹਾਂਜੀ, ਇਹ ਜਿੱਦਾਂ ਜੀ ਡੈਕਲੇਰੇਸ਼ਨ ਆਫ ਜਸਪ੍ਰੀਤ ਸਿੰਘ ਹੈਗਾ ਅਠਵਾਲ ਦਾ, ਸੁਪੀਰੀਅਰ ਕੋਰਟ ਨੂੰ ਜਿਹੜਾ ਉਹਨੇ ਦਿੱਤਾ ਸੀਗਾ ਕਿ ਉਹ ਕੀ ਸਮਝਦੇ ਠੀਕ ਹੈਗਾ। ਇਹ ਜਿਹੜਾ ਸੀਗਾ ਸਤੰਬਰ 30 2022 ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ, ਤੇ ਇਹਦੀ ਹੀਅਰਿੰਗ ਜਿਹੜੀ ਆ 2:30 ਵਜੇ ਜਿਹੜੀ ਆ ਡਿਪਾਰਟਮੈਂਟ 22 ਦੇ ਵਿੱਚ ਹੋਣੀ ਸੀ। ਤੇ ਇਹਨੂੰ ਥੱਲੇ ਤੱਕ ਲੈ ਕੇ ਚੱਲੋ ਤੁਸੀਂ, ਜਿਹੜਾ ਪੁਆਇੰਟ ਹੈਗਾ ਇਹ ਮੈਂ ਸੰਗਤ ਦੇ ਸਾਹਮਣੇ। ਕਿੰਨਾ ਨੰਬਰ ਪੇਜ ਨੰਬਰ ਮੇਰੇ ਖਿਆਲ ਚ 2 ਤੇ ਹੋਏਗਾ, ਸਕਰੋਲ ਡਾਊਨ ਕਰੋ। ਨੰਬਰ 5 ਜਿਹੜਾ ਇਹ ਪੈਰਾਗ੍ਰਾਫ ਹੈਗਾ, ਇੱਥੇ ਰੋਕੋ, ਇਹਨੂੰ ਥੋੜੀ ਜਿਹੀ ਉੱਪਰ ਥੋੜੀ ਜਿਹੀ ਉੱਪਰ ਕਰ ਦਿਓ, ਉੱਪਰ ਜਾਓ, ਹਾਂ ਇੱਥੇ ਰੋਕੋ। ਹਾਂਜੀ, ਇਹ ਚ ਲਿਖਿਆ ਹੈਗਾ ਟੈਂਪਲ ਹੈ। ਇਹ ਮੈਂ ਤੁਹਾਨੂੰ ਦੱਸਦਾ ਜੀ, ਇਹ ਜਸਪ੍ਰੀਤ ਸਿੰਘ ਨੇ ਕੋਰਟ ਨੂੰ ਕੀ ਕਿਹਾ ਸੀਗਾ। ਓਕੇ, ਦ ਟੈਂਪਲ ਹੈਜ਼ ਪ੍ਰੋਸੈਸ ਇਨ ਪਲੇਸ that allow member to raise issue with the Supreme Council and or general body if anyone believes that the bylaws are not being followed. The key point, bylaws are not being followed. Okay, ਇਹਦੇ ਤੇ ਮੈਂ ਸਮਝਦਾ ਵੀ ਜਸਪ੍ਰੀਤ ਸਿੰਘ ਨੇ ਇਹ ਜਿਹੜਾ ਹੈਗਾ ਝੂਠਾ ਐਫੀਡੇਵਿਟ ਜਾਂ ਕੋਰਟ ਦੇ ਵਿੱਚ ਦਿੱਤਾ। ਮੈਂ ਜਸਪ੍ਰੀਤ ਸਿੰਘ ਨੂੰ ਇਹ ਪੁੱਛਣਾ ਚਾਹੁੰਦਾ ਬਈ ਕੀ ਜਿਸ ਦਿਨ ਤੁਹਾਡੀ ਜਨਰਲ ਬਾਡੀ ਮੀਟਿੰਗ ਹੋਈ ਆ ਤੁਸੀਂ ਇਹ ਬਾਈਲਾ ਫੋਲੋ ਕੀਤੇ ਆ? ਕੀ ਗੁਰਦੁਆਰਾ ਸਾਹਿਬ ਦਾ 3600 ਮੈਂਬਰ ਲਈ ਇਹ ਪ੍ਰਬੰਧ ਕੀਤਾ ਸੀਗਾ? 3600 ਮੈਂਬਰ ਦੀ ਤੁਸੀਂ ਹਾਜ਼ਰੀ ਲਾਈ ਸੀਗੀ ਤੇ ਉਹਨਾਂ ਦੇ ਸਾਹਮਣੇ ਫਿਰ ਵੋਟ ਕਰਾਈ ਸੀਗੀ ਬਈ ਜੋ ਕੁਛ ਅਸੀਂ ਆਹ ਕੋਰਟ ਨੂੰ ਦੇ ਰਹੇ ਆ ਉਹ ਠੀਕ ਆ ਜਾਂ ਗਲਤ ਆ। ਸੋ ਇਹ ਜਿਹੜਾ 100% ਜਿਹੜਾ ਜਸਪ੍ਰੀਤ ਸਿੰਘ ਨੇ ਅੰਡਰ ਓਥ ਦਿੱਤਾ ਹੈਗਾ ਐਫੀਡੇਵਿਟ ਕੋਰਟ ਨੂੰ, anybody can understand. If anybody believes that the bylaws are not being followed, then that person should, ਅੱਗੇ ਐਫੀਡੇਵਿਟ ਦੇ ਵਿੱਚ ਉਹਨਾਂ ਨੇ ਆਪਣੇ ਲਿਖਿਆ ਹੈ ਡੈਕਲੇਰੇਸ਼ਨ ਦੇ ਵਿੱਚ ਕਿ ਜਿਹੜੇ ਬੰਦਿਆਂ ਨੂੰ ਬਾਈਲਾ ਦੀ ਸਮਝ ਨਹੀਂ ਲੱਗਦੀ ਉਹ ਆਪਣੇ ਆਪ ਨੂੰ ਰੀਡਰੈਸ ਕਰਨ। ਰੀਡਰੈਸ ਦਾ ਮਤਲਬ ਇਹ ਆ ਵੀ ਤੁਸੀਂ ਜਿੱਦਾਂ ਆਪਾਂ ਉਹਨੇ ਕੱਪੜੇ ਚੇਂਜ ਕਰਦੇ ਆ ਵੀ ਉਹ ਆਪਣੇ ਮਾਈਂਡ ਨੂੰ ਚੇਂਜ ਕਰਨ, ਜੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿਸੇ ਕੋਲੋਂ ਉਹਦੀ ਸਲਾਹ ਲੈਣ, ਵੀ ਬਾਈਲਾ ਦੇ ਵਿੱਚ ਆਹ ਲਿਖਿਆ ਆ। ਸੋ ਮੈਨੂੰ ਲੱਗਦਾ ਕਿ ਜਸਪ੍ਰੀਤ ਸਿੰਘ ਅਟਵਾਲ ਨੂੰ ਇਹ ਆਪਣੇ ਆਪ ਨੂੰ ਰੀਡਰੈਸ ਕਰਨਾ ਚਾਹੀਦਾ ਬਈ ਤੂੰ ਬਾਈਲਾ ਨੂੰ ਨਹੀਂ ਫੋਲੋ ਕੀਤਾ, ਤੂੰ ਦੂਜਿਆਂ ਤੇ ਕੱਲ੍ਹ ਹੀ ਸਵਾਲ ਸੱਟਦਾ ਕਿ ਜਿਨ੍ਹਾਂ ਨੂੰ ਬਾਈਲਾ ਦੀ ਸਮਝ ਨਹੀਂ ਗੀ ਉਹ ਬਾਈਲਾ ਆਪਣੇ ਆਪ ਨੂੰ ਰੀਡਰੈਸ ਕਰਨ। ਤੇ ਜੇ ਜਸਪ੍ਰੀਤ ਨੂੰ ਡੰਕੇ ਦੀ ਚੋਟ ਦੇ ਉੱਪਰ ਚੈਲੰਜ ਕਰਦਾ ਬਈ ਉਹ 3600 ਮੈਂਬਰ ਜਾਂ 1520 ਮੈਂਬਰ ਦੀ ਹਾਜ਼ਰੀ ਦਾ ਰਜਿਸਟਰਡ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦੀਆਂ ਫੋਟੋ ਜਾਂ ਉਹਨਾਂ ਨੇ ਜਨਰਲ ਬਾਡੀ ਮੀਟਿੰਗ ਕਿਸੇ ਹਾਲ ਦੇ ਵਿੱਚ ਕੀਤੀ ਆ ਉਹਦੀਆਂ ਫੋਟੋ ਇੱਥੇ ਪ੍ਰੋਗਰਾਮ ਤੇ ਲੈ ਕੇ ਆ ਜਾਵੇ, ਅਸੀਂ ਤਾਂ ਵੀ ਜਿਹੜੀ ਇਲੈਕਸ਼ਨ ਆ ਉਹਦੇ ਤੋਂ ਬਾਹਰ ਹੋ ਜਾਾਂਗੇ। ਅਸੀਂ ਨੂੰ ਕਹਦੇ ਆ ਹੱਥ ਜੋੜੇ ਵੀ ਤੁਸੀਂ ਸੱਚੇ ਅਸੀਂ ਝੂਠੇ। ਪਰ ਸਾਡੀ ਲੜਾਈ ਉਨੀ ਦੇਰ ਤੱਕ ਜਾਰੀ ਆ ਜਿੰਨੀ ਦੇਰ ਤੱਕ ਗੁਰਦੁਆਰਾ ਸਾਹਿਬ ਦੇ ਵਿੱਚ ਇਹ 5 ਸੁਪਰੀਮ ਕੌਂਸਲ ਮੈਂਬਰ ਤੇ ਕੁਝ ਇਹਨਾਂ ਦੇ ਸਪੋਰਟਰ ਝੂਠ ਬੋਲਣਾ ਬੰਦ ਨਹੀਂ ਕਰਦੇ, ਸਟੇਜ ਦੀ ਦੁਰਵਰਤੋਂ ਜਿਹੜੀ ਆ ਉਹ ਕਰਦੇ ਆ। ਸਾਡੀ ਲੜਾਈ ਇਲੈਕਸ਼ਨ ਜਿੱਤੀ ਹੈ ਜਾਂ ਹਾਰੀਏ ਉਹ ਇੱਕ ਵੱਖਰਾ ਵਿਸ਼ਾ ਹੈਗਾ, ਪਰ ਸਾਡਾ ਇਹਨਾਂ ਨੂੰ ਚੈਲੰਜ ਆ ਅਸੀਂ ਉਦੋਂ ਤੱਕ ਤੁਹਾਨੂੰ ਕੋਰਟਾਂ ਦੇ ਵਿੱਚ ਵੀ ਘਸੀਟਾਂਗੇ, ਉਦੋਂ ਤੱਕ ਤੁਹਾਨੂੰ ਲੋਕ ਕਚਹਿਰੀਆਂ ਦੇ ਵਿੱਚ ਵੀ ਘਸੀਟਾਂਗੇ ਜਿੰਨੀ ਦੇਰ ਤੱਕ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਸਹੀ ਚੀਜ਼ ਆ ਉਹ ਲੋਕਾਂ ਨੂੰ ਨਹੀਂ ਦੱਸਦੇ ਜਾਂ ਸਹੀ ਚੀਜ਼ ਜਿਹੜੀ ਆ ਕੋਰਟ ਦੇ ਵਿੱਚ ਪੇਸ਼ ਨਹੀਂ ਕਰਦੇ। ਜਸਪ੍ਰੀਤ ਸਿੰਘ ਨੇ ਇਹ ਸੋਚਿਆ ਵੀ ਖੈਰ ਇਹ ਜਿਹੜਾ ਮਸਲਾ ਆ
ਇਹ ਢਕਿਆ ਗਿਆ ਅਸੀਂ ਜਿੱਤੇ ਹਾਂ, ਇਹ ਗੱਲ ਖਤਮ ਨਹੀਂ ਹੋਈ ਹੈਗੀ। ਕੇਸ ਚੱਲਦਾ। ਤੁਹਾਨੂੰ ਇਹ ਵੀ ਪਤਾ ਵੀ ਜਿਹੜੇ ਜੱਜ ਨੇ ਚੀਜ਼ਾਂ ਇਗਨੋਰ ਕਰਦਾ ਆ, ਤੁਸੀਂ ਉਹ ਅਪੀਲ ਵੀ ਕਰ ਸਕਦੇ ਆ। ਸੋ ਸਾਡੇ ਕੋਲ ਰਸਤੇ ਬੜੇ ਆ, ਪਰ ਫਿਰ ਵੀ ਅਸੀਂ ਬੇਨਤੀ ਕਰਦੇ ਆ ਵੀ ਭੁੱਲਿਆ ਬੰਦਾ ਜੇ ਸ਼ਾਮ ਨੂੰ ਘਰ ਆ ਜਾਵੇ, ਅੱਜ ਤੋਂ ਵੀ ਇਹ ਇਮਾਨਦਾਰੀ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਝੂਠ ਬੋਲਣਾ ਬੰਦ ਕਰ ਦੇਣ, ਸਟੇਜ ਦੀ ਦੁਰਵਰਤੋਂ ਕਰਨੀ ਬੰਦ ਕਰ ਦੇਣ, ਫਿਰ ਇਲੈਕਸ਼ਨ ਕਰਾਉਣ ਤੇ ਅਸੀਂ ਇਹਨਾਂ ਦਾ ਸਾਥ ਦੇਵਾਂਗੇ। ਜੀ ਮਾਨ ਸਾਹਿਬ, ਜੇ ਜਸਪ੍ਰੀਤ ਸਿੰਘ ਜੋ ਹੈ ਕੀ ਇਹ ਮੌਜੂਦਾ ਸੁਪਰੀਮ ਕੌਂਸਲ ਮੈਂਬਰ ਹੈ ਜਾਂ ਇਸ ਵਾਰ ਕੈਂਡੀਡੇਟ ਨੇ? ਇਹ ਮੌਜੂਦਾ ਸੁਪਰੀਮ ਕੌਂਸਲ ਮੈਂਬਰ ਵੀ ਆ, ਇਹਦੇ 2 ਸਾਲ ਹੋ ਜਾਣੇ ਆ, ਤੇ ਦੁਆਰਾ ਕੈਂਡੀਡੇਟ ਵੀ ਆ। ਜੀ ਇੱਕ ਮੈਂ ਤੁਹਾਨੂੰ ਜੇਪੀਜੀ ਫਾਈਲ ਦਿਖਾਵਾਂਗਾ ਔਰ ਫੋਟੋ, ਥੋੜਾ ਸੰਗਤ ਨੂੰ ਉਹਦੇ ਬਾਰੇ ਵੀ ਜਾਣਨਾ ਪਾਓ। ਜੇਪੀਜੀ ਫਾਈਲ ਸਕਰੀਨ ਤੇ ਲੈ ਕੇ ਆਉਨੇ ਆ। ਉਹ ਕੋਈ ਬੈਲਟ ਪੇਪਰ ਬਣਿਆ ਹੋਇਆ ਆ ਜਿਹੜਾ ਹੁਣ ਤੁਹਾਡੀਆਂ ਚੋਣਾਂ ਹੋਣੀਆਂ ਨੇ। ਸੋ ਇਹਦੇ ਬਾਰੇ ਵੀ ਮੈਂ ਜਾਣਨਾ ਚਾਹਾਂਗਾ ਵੀ ਆਪਣੀ ਗੱਲ ਹੋਈ ਸੀ ਵੀ ਸ਼ਾਇਦ ਇਹਦੇ ਵਿੱਚ ਵੀ ਪੰਚਾਇਤ ਵਾਲੇ ਕੋਈ ਤੁਹਾਡੀ ਮਰਜ਼ੀ ਮੁਤਾਬਕ ਨਹੀਂ ਚੱਲ ਰਿਹਾ, ਸੋ ਬੇਨਤੀ ਹੈ ਵੀ ਇਹਦੇ ਬਾਰੇ ਵੀ ਜਾਣਨਾ ਪਾਓ। ਇਹ ਜੀ ਬੈਲਟ ਪੇਪਰ ਆ। ਇਸ ਬੈਲਟ ਪੇਪਰ ਦੇ ਉੱਪਰ 12 ਮਾਰਚ ਨੂੰ ਜਿਹੜੀ ਆ ਤੁਸੀਂ ਲੋਕਾਂ ਨੂੰ ਫਤਵਾ ਦੇਣਾ। ਇਹਦੇ ਵਿੱਚ ਅਸੀਂ ਪਹਿਲੀ ਗੱਲ ਤਾਂ ਸਲਾਹ ਨਹੀਂ ਕੀਤੀ ਗਈ ਕਿ ਖੱਬੇ ਪਾਸੇ, ਇਹ ਇੱਕ ਮਿੱਥ ਆ ਕਿ ਜਿਹੜੇ ਖੱਬੇ ਪਾਸੇ ਆ ਵੀ ਸ਼ਾਇਦ ਉਹ ਜਿੱਤ ਜਾਂਦੇ ਆ, ਪਰ ਮੈਂ ਇਹ ਮਿੱਥ ਨੂੰ ਜਿੱਦਾਂ ਨਹੀਂ ਮੰਨਦਾ। ਸਾਡੇ ਜਿਹੜੇ 5 ਉਮੀਦਵਾਰ ਆ ਇਹ ਮਿੱਥ ਨੂੰ ਨਹੀਂ ਮੰਨਦੇ। ਉਹ ਕਹਿੰਦੇ ਫੋਟੋ ਸਾਡੀ ਚਾਹੇ ਸੱਜੇ ਪਾਸੇ ਹੋਵੇ ਜਾਂ ਖੱਬੇ ਪਾਸੇ, ਵੀ ਡੋਂਟ ਕੇਅਰ, ਪਰ ਜਿਹੜਾ ਸੀਕੁਐਂਸ ਹੈਗਾ ਸਾਡੇ ਉਮੀਦਵਾਰਾਂ ਦਾ ਉਹ ਸਾਡੇ ਹਿਸਾਬ ਦੇ ਨਾਲ ਹੋਣਾ ਚਾਹੀਦਾ। ਅੱਜ 4 ਦਿਨ ਹੋ ਗਏ ਆ, ਜੰਡੀ ਸਾਹਿਬ ਨੂੰ ਟੈਕਸਟ ਮੈਸੇਜ, ਈਮੇਲ 5 ਉਮੀਦਵਾਰਾਂ ਨੇ ਕੀਤੀ ਆ ਕਿ ਇਹ ਫੋਟੋ ਜਿਹੜੀ ਆ ਉਨੀ ਦੇਰ ਤੱਕ ਇਹ ਬੈਲਟ ਪੇਪਰ ਪਾਸ ਨਹੀਂ ਹੋਣਾ ਜਿੰਨੀ ਦੇਰ ਤੱਕ ਸਾਡੇ ਸੀਕੁਐਂਸ ਦੇ ਮੁਤਾਬਿਕ ਸਾਡੀਆਂ ਫੋਟੋ ਨਹੀਂ ਲੱਗਦੀਆਂ। ਇਹ ਸ਼ਰੇਆਮ ਜਸਵਿੰਦਰ ਸਿੰਘ ਜੱਡੀ ਧੱਕਾ ਕਰ ਰਿਹਾ ਹੈਗਾ, ਇਲੈਕਸ਼ਨ ਦੀਆਂ ਬੇਨਿਯਮੀਆਂ ਕਰ ਰਿਹਾ ਹੈਗਾ। ਉਹਦਾ ਕੰਮ ਹੈਗਾ ਜਸਵਿੰਦਰ ਸਿੰਘ ਜੰਡੀ ਦਾ ਐਜ਼ ਏ ਇਲੈਕਸ਼ਨ ਕਮਿਸ਼ਨਰ ਕਿ ਦੋਨਾਂ ਪਾਰਟੀਆਂ ਨੂੰ ਫ੍ਰੀ ਟ੍ਰੀਟ ਕਰੇ, ਤੇ ਜਿੱਥੇ ਕਿਤੇ ਕੋਈ ਕੁਰਲ ਹੈਗੇ ਆ ਜਾਂ ਕੋਈ ਰੌਲਾ ਹੈਗੇ ਆ ਉਹ ਦੋਨਾਂ ਪਾਰਟੀਆਂ ਨੂੰ ਬਿਠਾ ਲਵੇ। ਸਿੰਪਲ ਮੈਂ ਤੁਹਾਨੂੰ ਦੱਸਦਾ ਵੀ ਜੇ ਆਹ ਹੈਗੇ ਆ 2 ਪਾਰਟੀਆਂ ਹੈਗੀਆਂ, ਇਹਦੇ ਵਿੱਚ ਜੇ ਦੋਨੋਂ ਪਾਰਟੀਆਂ ਐਗਰੀ ਨਹੀਂ, ਅਸੀਂ ਕਹਿੰਦੇ ਅਸੀਂ ਖੱਬੇ ਪਾਸੇ ਲੈਣਾ, ਦੂਜੇ ਕਹਿੰਦੇ ਅਸੀਂ ਖੱਬੇ ਪਾਸੇ ਜਾਣਾ, ਉਹਨੂੰ ਤੁਸੀਂ ਟਾਸ ਕਰ ਲਓ। ਸਿੰਪਲ ਜਿਹੜੀ ਟਾਸ ਦੇ ਵਿੱਚ ਆ ਗਿਆ ਗੱਲ ਉਹ ਉਸ ਤਰੀਕੇ ਦੇ ਨਾਲ ਲਾ ਦਿਓ। ਪਰ ਅਸੀਂ ਤੇ ਇਸ ਗੱਲ ਨਾਲ ਵੀ ਇਹ ਮੈਥ ਦੇ ਨਾਲ ਸਹਿਮਤ ਹੀ ਨਹੀਂ ਗੇ ਵੀ ਖੱਬੇ ਪਾਸੇ ਜਿਹੜੇ ਆ ਉਹ ਖੱਬੇ ਵਾਲੇ ਜਿੱਤਦੇ ਆ, ਸੱਜੇ ਵਾਲੇ ਹਾਰਦੇ ਆ। ਪਰ ਸਾਡਾ ਜਿਹੜਾ ਮੇਨ ਸ਼ਿਕਾਇਤ ਹੈਗੀ ਆ, ਮੇਨ ਖਾਦਸਾ ਹੈਗਾ ਕਿ ਜਸਵਿੰਦਰ ਸਿੰਘ ਜੰਡੀ ਧੱਕੇ ਤੇ ਧੱਕਾ ਕਰਦਾ, ਦੁਹਾਈ ਰੱਬ ਦੀ ਲੋਕੋ ਸੰਗਤੇ, ਬਈ ਇਹ ਸਾਡੀ ਗੱਲ ਨਹੀਂ ਸੁਣਦਾ। ਜੇ ਸਾਡੀਆਂ ਇਹ 5 ਉਮੀਦਵਾਰਾਂ ਦੀਆਂ ਫੋਟੋ ਜਿਹੜੀਆਂ ਆ ਉਹ ਸਾਡੀ ਮਰਜ਼ੀ ਦੇ ਨਾਲ ਨਹੀਂ ਲਾਉਂਦਾ ਤਾਂ ਫਿਰ ਅਸੀਂ ਇਹ ਸਮਝਦੇ ਹਾਂ ਵੀ ਇਲੈਕਸ਼ਨ ਦੇ ਵਿੱਚ ਜਿਹੜਾ ਆ ਇਹ ਧੱਕਾ ਨੰਬਰ 3 ਹੋ ਗਿਆ। ਪਹਿਲਾਂ ਸਟੇਜ ਦੇ ਉੱਤੇ ਧੱਕਾ, ਫਿਰ ਜਸਵਿੰਦਰ ਸਿੰਘ ਜੰਡੀ ਆਪਣੇ ਉਮੀਦਵਾਰਾਂ ਦੇ ਲਈ ਵੋਟਾਂ ਮੰਗਦਾ, ਤੀਜਾ ਇਹ ਬੈਲਟ ਪੇਪਰ ਜਿਹੜਾ ਹੈਗਾ ਉਹਦੇ ਉੱਪਰ ਜਿਹੜੀ ਸਾਡੀ ਸੁਣਵਾਈ ਨਹੀਂ ਹੋ ਰਹੀ। ਸੋ ਅਸੀਂ ਇਹ ਸਮਝਦੇ ਹਾਂ ਕਿ ਸਾਡੇ ਨਾਲ ਧੱਕੇ ਤੇ ਧੱਕਾ ਹੋ ਰਿਹਾ ਹੈਗਾ। ਸੰਗਤ ਨੂੰ ਬੇਨਤੀ ਆ ਫੈਸਲਾ ਤੁਸੀਂ ਕਰਨਾ, ਪਰ ਅਸੀਂ ਜਿਹੜੇ ਸਾਡੇ ਸ਼ਿਕਾਇਤਾਂ ਹੈਗੀਆਂ ਉਹ ਤੁਹਾਡੀ ਕਚਹਿਰੀ ਦੇ ਵਿੱਚ ਲਿਆ ਰਹੇ ਹਾਂ। ਜੀ ਮਾਨ ਸਾਹਿਬ, ਮੇਰੇ ਹਿਸਾਬ ਨਾਲ ਖੱਬੇ ਸੱਜੇ ਫੋਟੋਆਂ ਲਾਉਣ ਨਾਲ ਨਹੀਂ ਜਿੱਤ ਹੁੰਦਾ। ਸੰਗਤ ਦੇ ਵਿੱਚ ਕੀਤੇ ਹੋਏ ਕੰਮ, ਤੁਹਾਡਾ ਭਾਈਚਾਰਕ ਸਾਂਝ ਜਾਂ ਤੁਹਾਡੀ ਜਿਹੜੀ ਇੱਕ ਤੁਹਾਡਾ ਕਿਰਦਾਰ ਆ ਉਹਦੇ ਮੁਤਾਬਕ ਵੋਟਾਂ ਪਾਉਂਦੇ ਨੇ ਲੋਕੀ ਬਹੁਤ ਸਮਾਰਟ ਹੋ ਚੁੱਕੀ ਹੈ ਜਿਹੜੀ ਸੰਗਤ ਨੂੰ ਪਤਾ ਆ ਰਾਈਟ ਕੀ ਆ, ਰੌਂਗ ਕੀ ਆ। ਪਰ ਇੱਥੇ ਇੱਕ ਸਵਾਲ ਮੇਰਾ ਇਹ ਆ ਵੀ ਕੀ ਇਹ ਜਿਹੜੇ ਨਾਮ ਲਿਖੇ ਗਏ ਨੇ ਕੀ ਇਹ ਅਲਫਾਬੈਟਿਕਲੀ ਆਰਡਰ 'ਚ ਨਹੀਂ ਹੋਣੇ ਚਾਹੀਦੇ ਤਾਂ ਕਿ ਫਿਰ ਕੋਈ ਟਾਂਟਾ ਹੀ ਨਾ ਰਵੇ ਵੀ ਅਲਫਾਬੈਟਿਕਲੀ ਆਰਡਰ ਦੇ ਵਿੱਚ ਜਿਹਦਾ ਨਾਮ ਪਹਿਲਾਂ ਆ ਗਿਆ ਪਹਿਲਾਂ ਆਏਗਾ, ਜਿਹਦਾ ਮਗਰੋਂ ਆ ਗਿਆ ਇੱਕੋ ਹੀ ਲਾਈਨ ਦੇ ਵਿੱਚ ਸਾਰੀਆਂ ਫੋਟੋਆਂ ਹੋਣ, 2 ਲਾਈਨਾਂ ਨਾ ਬਣਨ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਬਸ ਮੈਨੂੰ ਇਹਦੇ ਤੇ ਕੋਈ ਇਤਰਾਜ਼ ਨਹੀਂਗਾ। ਅਲਫਾਬੈਟਿਕਲੀ ਇਜ਼ ਅ ਸਿੰਪਲ ਰੂਲ ਵੀ ਆਪਣੇ 5 ਉਮੀਦਵਾਰਾਂ ਦੀ ਅਲਫਾਬੈਟਿਕਲੀ ਲਾ ਲਵੇ, ਸਾਡੇ 5 ਉਮੀਦਵਾਰਾਂ ਦੀ ਅਲਫਾਬੈਟਿਕਲੀ ਲਾ ਲਵੇ, ਪਰ ਉਹਦੇ 'ਚ ਰੂਲ ਫੋਲੋ ਕਰਨਾ ਪੈਣਾ ਕਿ ਬੀਬੀ ਜਾਂ ਭਾਈ ਜਿਹੜਾ ਮੂਹਰੇ ਲੱਗਦਾ ਆ ਉਹਦੇ ਵਿੱਚ ਕਾਊਂਟ ਨਹੀਂ ਹੋਣਾ ਚਾਹੀਦਾ, ਕਿ ਜਾਂ ਤੇ ਲਾਸਟ ਨੇਮ ਬੰਦੇ ਦਾ ਕਾਊਂਟ ਹੋਣਾ ਚਾਹੀਦਾ ਜਾਂ ਫਸਟ ਨੇਮ। ਸਾਡੇ 5 ਨੇਮ ਬੰਦਿਆਂ ਦੇ ਤੁਸੀਂ ਜਿਹੜੇ ਫਸਟ ਨੇਮ ਆ ਉਹਨੂੰ ਅਲਫਾਬੈਟਿਕ ਕਰ ਲਓ ਜਾਂ ਲਾਸਟ ਨੇਮ ਦੇ ਨਾਲ ਅਲਫਾਬੈਟਿਕ ਕਰ ਲਓ। ਇਹਨਾਂ ਦੇ ਜਿਹੜੇ ਬੰਦੇ ਹੈਗੇ ਆ ਉਹਨਾਂ ਨੂੰ 5 ਨੂੰ ਤੁਸੀਂ ਫਸਟ ਨੇਮ ਜਾਂ ਅਲਫਾਬੈਟਿਕਲੀ ਕਰ ਲਓ। ਕੋਈ ਨਾ ਕੋਈ ਤੁਹਾਡੇ ਕੋਲ ਜਿਹੜਾ ਬਣੇ ਹੋਏ
ਪ੍ਰੋਸੀਜਰ ਹੈਗੇ ਆ ਉਹਨੂੰ ਫੋਲੋ ਕਰਨਾ ਪੈਣਾ। ਇਹ ਨਹੀਂ ਵੀ ਜੀ ਆਪਣੇ ਤੁਸੀਂ ਜਿਹੜੇ ਮੇਰੇ ਉਮੀਦਵਾਰ ਆ ਮੇਰੇ ਹਿਸਾਬ ਨਾਲ ਆਪਾਂ ਉਹਨਾਂ ਕਈ ਵਾਰੀ ਇੱਕ ਤੋਂ ਵੱਧ ਉਮੀਦਵਾਰ ਸਿੰਘ ਲਾਸਟ ਨੇਮ ਯੂਜ਼ ਕਰਦੇ ਆ, ਸੋ ਇਟ ਇਜ਼ ਗੁੱਡ ਦੋਨਾਂ ਪਾਸਿਆਂ ਵਾਸਤੇ। ਜੇ ਪਹਿਲੇ ਨਾਮ ਦੇ ਅੱਖਰ ਤੋਂ ਆਪਾਂ ਅਲਫਾਬੈਟਿਕਲੀ ਸ਼ੁਰੂ ਕਰੀਏ, ਭਾਈ ਜਾਂ ਬੀਬੀ ਨੂੰ ਨਾਮ ਯੂਜ਼ ਕੀਤਾ ਜਾਵੇ, ਤਾਂ ਬਹੁਤ ਹੀ ਪਾਰਦਰਸ਼ੀ ਤਰੀਕੇ ਨਾਲ ਇੱਕ ਲਿਸਟ ਬਣ ਸਕਦੀ ਆ। ਬਾਕੀ ਹੁਣ ਇਹ ਜੰਡੀ ਸਾਹਿਬ ਦੀ ਮਰਜ਼ੀ ਆ, ਉਹਨਾਂ ਨੇ ਕੀ ਕਰਨਾ ਹੈ ਜਾਂ ਤੁਹਾਡਾ ਕਿਸ ਗੱਲ ਤੇ ਸਮਝੌਤਾ ਹੁੰਦਾ ਹੈ, ਕਿ ਤੁਸੀਂ ਦੋਨੇ ਤਰ੍ਹਾਂ ਡਿਸਾਈਡ ਕਰੋਗੀਆਂ। ਮੇਰਾ ਸਿਰਫ ਇੱਕ ਇਹ ਸੁਜੈਸ਼ਨ ਸੀਗਾ। ਇਸ ਤੋਂ ਪਹਿਲਾਂ ਵੀ ਆਪਾਂ ਅੱਜ ਦੇ ਪ੍ਰੋਗਰਾਮ ਨੂੰ ਰੈਪ ਅਪ ਕਰੀਏ, ਤੇ ਮੈਂ ਚਾਹਾਂਗਾ ਵੀ ਤੁਸੀਂ ਆਖਰ ਦੇ ਵਿੱਚ ਸੰਗਤ ਨੂੰ ਕੋਈ ਸੁਨੇਹਾ ਦੇਣਾ ਕਰੇ ਜਾਂ ਕੋਈ ਚੀਜ਼ ਜਿਹੜੀ ਅੱਜ ਅਸੀਂ ਟਾਕ ਸ਼ੋ ਦੇ ਵਿੱਚ ਨਾ ਕਵਰ ਕੀਤੀ ਹੋਵੇ ਉਹਦੇ ਬਾਰੇ ਗੱਲ ਕਰਨਾ ਚਾਹਾਂਗਾ, ਉਹ ਦੱਸੋ ਜੀ। ਇੱਕ ਤਾਂ ਬਾਸੀ ਸਾਹਿਬ ਅਕਾਊਂਟ ਦਾ ਜਿਹੜਾ ਬਹੁਤ ਵੱਡਾ ਰੌਲਾ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ, ਕਿਸੇ ਨੂੰ ਵੀ ਜਿਹੜਾ ਹਿਸਾਬ ਕਿਤਾਬ ਨਹੀਂ ਦਿੱਤਾ ਜਾਂਦਾ। ਜੇ ਕੋਈ ਬੰਦਾ ਜਾ ਕੇ ਪੁੱਛਦਾ ਆ, ਮੈਂ ਇਸ ਗੱਲ ਦਾ ਖੁਦ ਅਗਵਾਹ ਆ, 5 ਸੁਪਰੀਮ ਕੌਂਸਲ ਮੈਂਬਰਾਂ ਨੂੰ 2 ਵਾਰੀ ਜਿਹੜੇ ਲੈਟਰ ਸਰਟੀਫਾਈ ਘੱਲੇ ਗਏ ਆ ਕਿ ਅਸੀਂ ਜਿਹੜਾ ਆ ਸਾਨੂੰ ਆਹ ਪੇਪਰ ਦਿਓ, ਅਸੀਂ ਦੇਖਣੇ ਆ, ਜਾਂ ਜਿਹੜੇ ਅਕਾਊਂਟ ਹੈਗੇ ਉਹ ਖੋਲ ਦਿਓ ਤੇ ਰਿਵਿਊ ਕਰਨਾ ਚਾਹੁੰਦੇ। ਈਵਨ ਸਾਡੇ ਸੰਵਿਧਾਨ ਦੇ ਵਿੱਚ ਵੀ ਲਿਖਿਆ ਹੈਗਾ ਕਿ ਜਦੋਂ ਜਨਰਲ ਬਾਡੀ ਮੀਟਿੰਗ ਹੁੰਦੀ ਹੈ, ਜਨਰਲ ਬਾਡੀ ਮੀਟਿੰਗ ਦੇ ਉੱਪਰ ਤੁਸੀਂ ਸਾਰੀ ਜਿਹੜੀ ਰਿਪੋਰਟ ਪੇਸ਼ ਕਰਨੀ ਹੁੰਦੀ ਹੈ, ਉਹਦੇ ਲਈ 1 ਮਹੀਨਾ ਪਹਿਲਾਂ, ਕਿ ਮਾਰਚ ਦਾ ਪੂਰਾ ਮਹੀਨਾ ਪਹਿਲਾਂ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੀਆਂ ਬੁੱਕ ਜਿਹੜੀਆਂ ਰੱਖ ਦਿਓ। ਕਿਸੇ ਬੰਦੇ ਨੂੰ ਕੋਈ ਕੁਐਸਚਨ ਹੈਗਾ, ਕਿਸੇ ਨੂੰ ਕੁਝ ਵੀ ਹੈਗਾ, ਤੇ ਉਹ ਪੇਪਰ ਦੇਖਣਾ ਚਾਹੁੰਦਾ, ਤੁਹਾਡੇ ਮਿੰਟ ਮੀਟਿੰਗ ਦੇਖਣਾ ਚਾਹੁੰਦਾ ਹੈਗਾ, ਜਾਂ ਤੁਹਾਡੇ ਕੰਟਰੈਕਟ ਜਿਹੜੇ ਤੁਸੀਂ ਲੋਕਾਂ ਨੂੰ ਦਿੱਤੇ ਦੇਖਣਾ ਚਾਹੁੰਦਾ, ਉਹਨੂੰ ਵੈਲਕਮ ਕਰਨਾ ਚਾਹੀਦਾ। ਪਰ ਜਦੋਂ ਇਹਨਾਂ ਦੇ ਕੋਲ ਜਾਂਦੇ ਆ ਤੇ ਇਹ ਕਹਿੰਦੇ ਜੀ ਕੋਰਟ ਆਰਡਰ ਲੈ ਕੇ ਆਓ, ਜਿਹੜਾ ਕਿ ਬਾਈ ਲਾ ਦੀ ਬਿਲਕੁਲ 100% ਜਿਹੜੀ ਆ ਇਹ ਦੁਰਵਰਤੋਂ ਕਰ ਰਹੇ ਹੈਗੇ, ਆਪਣੀ ਮਰਜ਼ੀ ਕਰ ਰਹੇ ਆ ਤੇ ਬਾਈ ਲਾ ਨੂੰ ਫੋਲੋ ਨਹੀਂ ਕਰ ਰਹੇ। ਤੇ ਹੋਰ ਵੀ ਕਈ ਚੀਜ਼ਾਂ ਹੈਗੀਆਂ, ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਕਰਦੇ ਆ ਵੀ ਤੁਸੀਂ ਸਾਨੂੰ ਮੌਕਾ ਦਿਓ ਤੇ ਅਸੀਂ ਆਵਾਂਗੇ ਤੇ ਤੁਹਾਡੇ ਨਾਲ ਜਿਹੜੀਆਂ ਮੈਂ ਇੱਥੇ ਇੱਕ ਗੱਲ ਕਲੀਅਰ ਕਰ ਦੇਣੀ ਚਾਹਾਂਗਾ ਵੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ 2 ਲੈਟਰ ਦਿੱਤੇ ਗਏ ਆ, ਆਈ ਥਿੰਕ ਤੁਸੀਂ 2017 ਜਦੋਂ ਕਮੇਟੀ ਬਣੀ ਹੈ ਤੁਹਾਡੀ ਸਾਂਝੀ, ਆਪਾਂ ਇਸ ਗੱਲ ਤੇ ਵੀ ਆਵਾਂਗੇ, ਜਦੋਂ ਤੁਹਾਡਾ ਪੰਚਾਇਤ ਦੇ ਨਾਲ ਇੱਕ ਸਮਝੌਤਾ ਸੀ, ਤੇ ਮੇਰੇ ਖਿਆਲ ਇਦੋਂ ਪਹਿਲਾਂ ਵੀ ਤੁਹਾਡਾ ਗਰੁੱਪ ਅਲੱਗ ਹੋਵੇ, ਉਦੋਂ ਤੁਸੀਂ ਐਗਜ਼ੈਕਟਿਵ ਕਮੇਟੀ ਦੇ ਵਿੱਚ ਸੀਗੇ, ਤਾਂ ਜਿਹੜੀ ਸੁਪਰੀਮ ਕੌਂਸਲ ਨੇ ਬਾਅਦ ਚੁਣੀ ਸੀ, ਤੇ ਉਸ ਟਾਈਮ ਤੇ ਹੀ ਤੁਸੀਂ ਹਿਸਾਬ ਕਿਤਾਬ ਵਾਸਤੇ ਮੇਰੇ ਖਿਆਲ 'ਚ ਸੁਪਰੀਮ ਕੌਂਸਲ ਨੂੰ ਲੈਟਰ ਦਿੱਤੇ ਸੀ। ਇਹ ਗੱਲ ਮੈਂ ਥੋੜੀ ਕਲੀਅਰ ਕਰਨੀ ਚਾਹਾਂਗਾ ਵੀ ਇਹ ਉਦੋਂ ਦੀ ਗੱਲ ਕਰ ਰਹੇ ਹੋ ਜਾਂ ਤੁਸੀਂ ਹੁਣ ਦੀ ਗੱਲ ਕਰ ਰਹੇ ਹੋ। ਅਸੀਂ ਜਿਹੜੀ ਮੈਂ ਗੱਲ ਕਰਕੇ ਹਟਿਆ, ਹੁਣ ਦੀ ਕਰਕੇ ਹਟਿਆ, 2005 ਦੇ ਵਿੱਚ ਜਿਸ ਵੇਲੇ ਕੋਰਟ ਨੇ ਸਾਨੂੰ ਦਿੱਤਾ ਸੀਗਾ ਚਾਰਜ, ਉਸ ਵੇਲੇ ਮੈਂ ਨਾ ਤਾਂ ਮੈਂ ਐਗਜ਼ੈਕਟਿਵ ਕਮੇਟੀ ਦਾ ਮੈਂਬਰ ਸੀ, ਮੇਰੇ ਕੋਲ ਕੋਈ ਅਹੁਦਾ ਨਹੀਂ ਸੀਗਾ, ਪਰ ਮੈਂ ਕਾਫੀ ਲਾਗਿਓਂ ਹੋ ਕੇ ਸਾਰੀਆਂ ਚੀਜ਼ਾਂ ਦੇਖੀਆਂ। ਉਸ ਵੇਲੇ ਜੋ ਕੁਝ ਸਾਨੂੰ ਦਿੱਤਾ ਗਿਆ ਸੀਗਾ, ਇਹਨਾਂ ਵੱਲੋਂ ਕੁਝ ਨਹੀਂ ਸੀ ਦਿੱਤਾ ਗਿਆ। ਇੱਕ ਦਿਨ ਪਹਿਲਾਂ ਜਸਵਿੰਦਰ ਸਿੰਘ ਜੰਡੀ ਜਿੰਨੇ ਵੀ ਹਿਸਾਬ ਕਿਤਾਬ ਦੀਆਂ ਚੀਜ਼ਾਂ ਸੀਗੀਆਂ ਆਪਣੇ ਘਰ ਨੂੰ ਟਰੱਕ ਭਰ ਕੇ ਲੈ ਗਿਆ ਸੀਗਾ, ਤੇ ਸਿਰਫ ਜਿਹੜਾ ਇੱਥੇ ਮਾਨੀਟਰ ਲੱਗਾ ਸੀਗਾ ਜਾਂ ਸਪੈਸ਼ਲ ਮਾਸਟਰ ਲੱਗਾ ਸੀਗਾ, ਜੋ ਉਹਦੇ ਕੋਲ 2-3 ਮਹੀਨਿਆਂ ਦਾ ਹਿਸਾਬ ਸੀਗਾ, ਉਹਨੇ ਦਿੱਤਾ। ਅਸੀਂ ਆਪਣੇ ਮਾਨ ਸਾਹਿਬ ਮੈਂ 2017 ਦੀ ਗੱਲ ਕਰ ਰਿਹਾ, ਮੈਂ 5 ਦੀ ਗੱਲ ਨਹੀਂ ਕਰ ਰਿਹਾ, 2017 ਦੀ ਗੱਲ ਕਰ ਰਿਹਾ, ਜਦੋਂ ਤੁਸੀਂ ਪੰਚਾਇਤ ਦੇ ਨਾਲ ਆਈ ਥਿੰਕ ਇਕੱਠੇ ਹੋ ਕੇ ਪਿਛਲੀ ਵਾਰ ਸਮਝੌਤਾ ਕਰਕੇ 17 ਦੇ ਵਿੱਚ 18 ਦੇ ਵਿੱਚ ਇਲੈਕਸ਼ਨ ਹੋਈ ਹੈ, ਤੁਹਾਡੀ ਇਲੈਕਸ਼ਨ ਹੋਈ ਨਹੀਂ, ਮੇਰੇ ਖਿਆਲ ਸਮਝੌਤਾ ਹੋ ਗਿਆ ਸੀ, ਉਦੋਂ ਵੀ ਤੁਸੀਂ ਐਗਜ਼ੈਕਟਿਵ ਕਮੇਟੀ 'ਚ ਆਏ ਸੀ, ਮੈਂ ਉਦੋਂ ਦੀ ਗੱਲ ਕਰ ਰਿਹਾ। ਅਸੀਂ ਸਾਹਿਬ ਠੀਕ ਆ, ਪਰ ਮੈਂ ਉਦੋਂ ਪਹਿਲਾਂ ਮੈਂ 2005 ਦੇ ਵਿੱਚ ਸਿੱਖ ਪੰਚਾਇਤ ਜੁਆਇਨ ਕੀਤੀ ਸੀਗੀ, ਤੇ 5 ਮਹੀਨਿਆਂ ਬਾਅਦ ਛੱਡ ਗਿਆ ਸੀ, ਕਿਉਂਕਿ ਉੱਥੇ ਕਸ਼ਮੀਰ ਸਿੰਘ ਸ਼ਾਹੀ ਜਿਹੜਾ ਕਿ ਕੋਆਰਡੀਨੇਟਰ ਸੀਗਾ, ਉਹਨੇ ਉਹ ਇਮਾਨਦਾਰੀ ਨੂੰ ਛੱਡ ਕੇ ਉਹ ਕੁਰਸੀ ਦੀ ਭੁੱਖ ਮਗਰ ਪੈ ਗਿਆ। ਆ ਗਈ ਗੱਲ 2018 ਦੀ। ਇਹ 2018 ਦੇ ਵਿੱਚ ਜਦ ਸੁਪਰੀਮ ਕੌਂਸਲ ਨੇ ਐਗਜ਼ੈਕਟਿਵ ਕਮੇਟੀ ਬਣਾਈ, ਉਸ ਵੇਲੇ ਮੈਨੂੰ ਖਜ਼ਾਨਚੀ ਬਣਾਇਆ ਗਿਆ, ਤੇ ਬਾਕੀ ਜਿਹੜੇ ਮੈਂਬਰ ਸੀਗੇ, ਜਿੱਦਾਂ ਜਿਹੜੀ ਸਟੇਜ ਦੀ ਸੇਵਾ ਸੀਗੀ, ਉਹ ਸਿਰਫ ਇੱਕ ਬੰਦੇ ਪਲਵਿੰਦਰ ਸਿੰਘ ਸਟੇਜ ਦੀ ਸੇਵਾ ਦੀ ਉਹਨੂੰ ਜ਼ਿੰਮੇਵਾਰੀ ਦਿੱਤੀ ਗਈ। ਬਾਕੀ ਜਿਹੜੀ ਐਗਜ਼ੈਕਟਿਵ ਕਮੇਟੀ ਸੀਗੀ ਉਹਦੇ ਵਿੱਚ ਨਾ ਤੇ HP ਸਿੰਘ ਨੇ ਸਾਨੂੰ ਚੈੱਕ ਬੁੱਕ ਦਿੱਤੀ, ਨਾ ਕੋਈ ਹਿਸਾਬ ਕਿਤਾਬ ਦਿੱਤਾ। ਤੇ ਅਸੀਂ ਬੈਂਕ ਦੇ ਵਿੱਚ ਗਏ, ਬੈਂਕ ਦੇ ਵਿੱਚ ਜਾ ਕੇ ਪੁੱਛਿਆ, ਉਹ ਬੈਂਕ ਵਾਲੇ ਕਹਿੰਦੇ ਵੀ ਜੇ ਤੁਹਾਡੀ ਐਗਜ਼ੈਕਟਿਵ ਕਮੇਟੀ ਚੇਂਜ ਹੋਈ ਆ ਤੇ ਜਿਹੜੇ ਪਹਿਲੇ ਮੈਂਬਰ ਆ ਉਹਨੂੰ ਆ ਕੇ ਸਾਈਨ ਕਰਨੇ ਪੈਣੇ ਆ। ਸੋ HP ਸਿੰਘ ਨੇ ਬੈਂਕ ਨੂੰ ਸਾਫ਼ ਕਹਿ ਦਿੱਤਾ ਸੀ ਵੀ ਮੈਂ ਸਾਈਨ ਨਹੀਂ ਕਰਨੇ, ਉਹ ਐਗਜ਼ੈਕਟਿਵ ਕਮੇਟੀ ਨੂੰ ਅਸੀਂ ਮੰਨਦੇ ਨਹੀਂ ਗੇ। ਤੇ ਸੋ ਇਸ ਕਰਕੇ ਸਾਨੂੰ ਕੋਈ ਹਿਸਾਬ ਕਿਤਾਬ ਨਹੀਂ ਮਿਲਿਆ ਸੀਗਾ, ਅਸੀਂ ਕੋਈ ਫੰਕਸ਼ਨ ਨਹੀਂ ਕੀਤਾ। ਸੋ HP ਸਿੰਘ ਜਿਹੜਾ ਅਕਾਊਂਟ ਦੇ ਉੱਪਰ ਪੂਰਾ ਜੱਫਾ ਮਾਰ ਕੇ ਬੈਠਾ ਆ। ਸਾਨੂੰ ਨਹੀਂ ਪਤਾ ਜਿੰਨੀ ਦੇਰ ਤੱਕ ਆਡਿਟ ਨਹੀਂ ਹੁੰਦਾ ਵੀ ਉਹਦੀ ਕੀ ਮਨਸ਼ਾ ਆ, ਉਹ ਪਿੱਛੇ ਕੀ ਕਰ ਰਿਹਾ ਹੈਗਾ। ਤੇ ਇਸੇ ਤਰ੍ਹਾਂ ਜਿਹੜਾ ਹੁਣ ਰਜਿੰਦਰ ਸਿੰਘ ਰਾਜਾ ਆ, ਉਹ ਵੀ ਉਹਨੂੰ ਜਿਸ ਵੇਲੇ ਪੁੱਛਿਆ ਜਾਂਦਾ ਵੀ ਤੁਸੀਂ ਅਸੀਂ ਆਹ ਚੀਜ਼ਾਂ ਚਾਹੀਦੀਆਂ ਆ,
ਤੇ ਉਹ ਸਾਨੂੰ ਕਹਿੰਦੇ ਕੋਰਟ ਤੋਂ ਆਰਡਰ ਲੈ ਕੇ ਆਓ। ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਵੀ ਕੋਰਟ ਦੇ ਵਿੱਚ ਇਹ ਕੇਸ ਆਲਰੇਡੀ ਐਂਟਰ ਹੋਇਆ ਆ ਤੇ ਇਹਦੀ ਜਿਹੜੀ ਹੀਅਰਿੰਗ ਆ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਅਸੀਂ ਕਰਾਉਣੀ ਆ। ਜੀ ਮਾਨ ਸਾਹਿਬ, ਆਖਰ ਦੇ ਵਿੱਚ ਮੈਂ ਤੁਹਾਡੇ ਕੋਲ ਆਪਣੇ ਕੋਲ 1 ਜਾਂ 2 ਮਿੰਟ ਹੀ ਆ, ਤੁਸੀਂ ਕੋਈ ਹੋਰ ਮੈਸੇਜ ਸੰਗਤ ਨੂੰ ਜਿਹੜਾ ਦੇਣਾ ਚਾਹੁੰਦੇ ਹੋ ਉਹ ਦੇ ਦਿਓ ਤਾਂ ਵੀ ਆਪਾਂ ਪ੍ਰੋਗਰਾਮ ਨੂੰ ਬੰਦ ਕਰੀਏ। ਹਾਂਜੀ, ਮੈਂ ਸੰਗਤ ਨੂੰ ਬੇਨਤੀ ਕਰਦਾ, ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਜਸਵਿੰਦਰ ਸਿੰਘ ਜੰਡੀ ਇਲੈਕਸ਼ਨ ਕਮਿਸ਼ਨਰ ਤੇ ਉਸ ਦੇ ਸਾਥੀ ਜਿਹੜੇ ਆ ਰੱਜ ਕੇ ਝੂਠ ਬੋਲ ਰਹੇ ਆ। ਇੱਕ ਪਾਰਟੀ ਨੂੰ ਜਿਹੜੀ ਕਿ ਸਿੱਖ ਪੰਚਾਇਤ ਹੈਗੀ ਆ ਉਹਨੂੰ ਪ੍ਰਮੋਟ ਕਰ ਰਹੇ ਆ, ਦੂਸਰੀ ਜਿਹੜੇ ਉਮੀਦਵਾਰ ਆ ਉਹਨਾਂ ਦੇ ਉੱਪਰ ਚਿੱਕੜ ਸਿੱਟ ਰਹੇ ਆ। ਮੈਂ ਸੰਗਤ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਸਾਡੇ ਹੱਥ ਖੜੇ ਆ, ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਸਾਨੂੰ ਬੋਲਣ ਦਾ ਟਾਈਮ ਨਹੀਂ ਦਿੱਤਾ ਜਾਂਦਾ ਕਿ ਅਸੀਂ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਸਕੀਏ। ਸੋ ਸਾਡੀ ਬੇਨਤੀ ਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ, ਗੁਰਦੁਆਰਾ ਸਾਹਿਬ ਦੀ ਸਟੇਜ ਦੇ ਉੱਪਰ ਜਿਸ ਤਰ੍ਹਾਂ ਤੁਸੀਂ ਬੱਚੇ ਦੇਖੇ ਸੀਗੇ ਤੇ ਹਰ ਇੱਕ ਬੱਚੇ ਨੂੰ ਪਤਾ ਕਿ ਇਲੈਕਸ਼ਨ ਕਮਿਸ਼ਨਰ ਦੀ ਜ਼ਿੰਮੇਵਾਰੀ ਕੀ ਹੁੰਦੀ ਆ। ਬੱਚੇ ਕੀਰਤਨ ਲਈ ਤਿਆਰ ਹੁੰਦੇ ਆ ਤੇ ਜਸਵਿੰਦਰ ਸਿੰਘ ਜੰਡੀ ਉਸ ਵੇਲੇ ਕੈਂਪੇਨ ਕਰ ਰਿਹਾ ਹੈਗਾ, ਰੱਜ ਕੇ ਸਟੇਜ ਤੋਂ ਝੂਠ ਬੋਲ ਰਿਹਾ। ਗੁਰਦੁਆਰਾ ਸਾਹਿਬ ਬੱਚੇ ਕਿਸ ਤਰ੍ਹਾਂ ਹੋਣਗੇ? ਜੇ ਤੁਸੀਂ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਦੇ ਨਾਲ ਜੋੜਨਾ ਹੈਗਾ ਤੇ ਉੱਥੇ ਤੁਹਾਨੂੰ ਜਿਹੜੇ ਆ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਸੱਚ ਬੋਲਣਾ ਪਊਗਾ। ਤੇ ਸਿਰਫ ਇਹ ਜਿਹੜੀ ਚੇਂਜ ਆ ਸੰਗਤ ਲਿਆ ਸਕਦੀ ਆ। ਕੋਰਟ ਜਿਹੜੀਆਂ ਸਾਨੂੰ ਸਿੱਧੇ ਰਾਹ ਪੁੱਠੇ ਰਾਹ ਪਾ ਸਕਦੀ ਆ, ਕੁਛ ਰੂਲ ਪਾ ਸਕਦੀ ਆ, ਪਰ ਜਿਹੜੀ ਇਲੈਕਸ਼ਨ ਆ ਗੁਰਦੁਆਰਾ ਸਾਹਿਬ ਦੇ ਵਿੱਚ ਚੇਂਜ ਲਿਆਉਣੀ ਆ ਉਹ ਸੰਗਤ ਦੀ ਵੋਟ ਨੇ ਲਿਆਉਣੀ ਆ। ਮੇਰੀ ਸੰਗਤ ਨੂੰ ਅਪੀਲ ਆ, ਜੇ ਤੁਸੀਂ ਇਹ ਸਮਝਦੇ ਆ, ਜਿਹੜੀ ਤੁਹਾਨੂੰ ਵੀਡੀਓ ਦਿਖਾਈ ਆ ਕਿ ਗੁਰਦੁਆਰਾ ਸਾਹਿਬ ਦੀ ਸਟੇਜ ਦੇ ਉੱਪਰੋਂ ਜਸਵਿੰਦਰ ਸਿੰਘ ਜੰਡੀ ਇਲੈਕਸ਼ਨ ਕਮਿਸ਼ਨਰ ਦੀਆਂ ਜ਼ਿੰਮੇਵਾਰੀਆਂ ਨੂੰ ਛੱਡ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਸਟੇਜ ਤੋਂ ਦੂਜੀ ਪਾਰਟੀ ਪ੍ਰਚਾਰ ਕਰਦਾ, ਉਹ ਸਰਾਸਰ ਗਲਤ ਆ, ਸਰਾਸਰ ਸਟੇਜ ਦੀ ਦੁਰਵਰਤੋਂ ਆ, ਸਰਾਸਰ ਜਿਹੜਾ ਇਹ ਇਲੈਕਸ਼ਨ ਕਮਿਸ਼ਨਰ ਦਾ ਅਹੁਦਾ ਆ ਉਹਦੇ ਉੱਪਰ ਧੱਬਾ ਆ। ਸੋ ਅਸੀਂ ਸੰਗਤ ਨੂੰ ਬੇਨਤੀ ਕਰ ਸਕਦੇ ਹਾਂ ਵੀ ਸੰਗਤ ਜੀ, ਸਾਡੀ 2 ਹੱਥ ਜੋੜ ਕੇ ਬੇਨਤੀ ਆ, ਇੱਕ ਵਾਰੀ ਤੁਸੀਂ 2 ਸਾਲ ਦੀ ਸੇਵਾ ਦਾ ਮੌਕਾ ਸਾਡੀ ਸਲੇਟ ਨੂੰ, ਬੇ ਏਰੀਆ ਸਿੱਖ ਸੰਗਤ ਸਲੇਟ ਨੂੰ ਦਿਓ। ਜਿਨ੍ਹਾਂ ਦੇ ਉਮੀਦਵਾਰ ਹੈਗੇ ਨੇ ਭਾਈ ਕੁਲਜੀਤ ਸਿੰਘ ਜੀ, ਭਾਈ ਹਰਮਿੰਦਰ ਸਿੰਘ ਜੀ, ਬੀਬੀ ਸਰਬਜੀਤ ਕੌਰ ਜੀ ਚੀਮਾ, ਗੁਰਦਾਵਰ ਸਿੰਘ ਜੀ ਮਾਨ ਤੇ ਹਰਜੀਤ ਸਿੰਘ ਜੀ, ਉਹਨਾਂ ਨੂੰ ਇੱਕ ਵਾਰੀ ਤੁਸੀਂ ਵੋਟ ਪਾ ਕੇ ਸੇਵਾ ਦਾ ਮੌਕਾ ਦਿਓ। ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਉਹ ਲੜਾਈਆਂ ਝਗੜੇ ਹੁੰਦੇ ਆ, ਅਸੀਂ ਉਹਨਾਂ ਨੂੰ ਵੀ ਕੰਟਰੋਲ ਕਰਾਂਗੇ। ਹਟਾਏ ਤਾਂ ਨਹੀਂ ਜਾ ਸਕਦੇ ਪਰ ਕੰਟਰੋਲ ਕਰ ਸਕਦੇ ਹਾਂ। ਜੇ ਕੋਈ ਬਾਹਰੋਂ ਆ ਕੇ ਤੁਹਾਡੇ ਨਾਲ ਲੜਾਈ ਝਗੜਾ ਕਰਦਾ, ਤੁਸੀਂ ਉਹਨੂੰ ਬੇਨਤੀ ਕਰ ਸਕਦੇ, ਤੁਸੀਂ ਉਹਨਾਂ ਮੂਹਰੇ ਹੱਥ ਨਹੀਂ ਚੱਕ ਸਕਦੇ। ਤੇ ਬੱਚੇ ਜਿਹੜੇ ਆ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਨਾਲ ਜਾਂ ਸਪੋਰਟਸ ਦੇ ਪ੍ਰੋਗਰਾਮ ਹੈਗੇ ਆ ਜਾਂ ਹੋਰ ਬਹੁਤ ਸਾਰੇ ਪ੍ਰੋਗਰਾਮ ਹੈਗੇ ਆ, ਕਾਲਜ ਬੱਚਿਆਂ ਨੂੰ ਜਾਣ ਦੇ ਲਈ, ਐਜੂਕੇਸ਼ਨ ਜਾਂ ਇੱਥੇ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਬੱਚਿਆਂ ਨੂੰ ਅੱਗੇ ਲਿਆਉਣ ਦੇ ਲਈ ਤੁਸੀਂ ਕਿੱਦਾਂ ਉਹਨਾਂ ਦੀ ਮਦਦ ਕਰ ਸਕਦੇ ਹੋ। ਸੋ ਬਹੁਤ ਸਾਰੇ ਪ੍ਰੋਗਰਾਮ ਹੈਗੇ ਆ ਜਿਹੜੇ ਏਜੰਡੇ ਦੇ ਵਿੱਚ ਆ, ਪਰ ਇਹ ਸਭ ਕੁਝ ਤਾਂ ਹੀ ਸੰਭਵ ਆ ਜੇ ਸੰਗਤ ਆਪਣੀ ਜ਼ਿੰਮੇਵਾਰੀ ਨੂੰ ਸਮਝਦੀ ਹੋਵੇ। ਤੇ ਇੱਕ ਪਾਸੇ ਜਾਂ ਮੈਂ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਜਿਹੜੇ ਭੈਣ ਭਰਾ ਬੇ ਏਰੀਆ ਦੀਆਂ 7 ਕਾਉਂਟੀਆਂ ਤੋਂ ਬਾਹਰੋਂ ਆ ਕੇ ਪਿਛਲੀ ਵਾਰੀ ਉਹਨਾਂ ਨੇ ਵੋਟਾਂ ਪਾਈਆਂ, ਉਹ ਸਮਝਦੇ ਅਸੀਂ ਬੜੇ ਸਮਾਰਟ ਆ, ਪਰ ਟੈਕਨੀਕਲੀ ਉਹ ਸਮਾਰਟ ਨਹੀਂ ਹੈਗੇ। ਜਿਸ ਵੇਲੇ ਤੁਸੀਂ ਏਰੀਆ ਤੋਂ ਬਾਹਰ ਚਲੇ ਜਾਂਦੇ ਆ, ਤੁਸੀਂ ਆਪਣਾ ਡਰਾਈਵਰ ਲਾਇਸੈਂਸ ਤੇ ਐਡਰੈਸ ਚੇਂਜ ਕਰਾਉਂਦੇ ਆ, ਤੁਸੀਂ ਡਰਾਈਵਰ ਲਾਇਸੈਂਸ ਤੇ ਫੋਟੋ ਨਵੀਂ ਨਹੀਂ ਲਵਾਉਂਦੇ, ਐਡਰੈਸ ਚੇਂਜ ਨਹੀਂ ਕਰਾਉਂਦੇ, ਪਰ ਉਹਦੇ ਪਿਛਲੇ ਪਾਸੇ ਇੱਕ ਸਟicker ਜਿਹਾ ਲਵਾ ਲੈਂਦੇ ਆ। ਤੇ ਜਿਸ ਦਿਨ ਇਹ 235 ਦੇ ਵਿੱਚੋਂ ਤਕਰੀਬਨ 90% ਬੰਦੇ ਜਿਹੜੇ ਆ ਕੇ ਉਹਨਾਂ ਨੇ ਉਹ ਸਟicker ਜਿਹੜਾ ਪਰੇ ਰੱਖਿਆ ਤੇ ਦਿਖਾ ਲਿਆ ਤੇ ਵੋਟ ਪਾਤੀ, ਪਰ ਜਦੋਂ DMB ਦਾ ਰੈਕਡ ਪੁੱਲ ਹੋਇਆ ਉਹਨਾਂ ਦੇ ਐਡਰੈਸ ਜਿਹੜੇ ਹੋਰ ਸੀਗੇ। ਸੋ ਉਹਨਾਂ ਨੂੰ ਮੈਂ ਬੇਨਤੀ ਵੀ ਕਰਦਾ, ਚੇਤਾਵਨੀ ਵੀ ਦਿੰਦਾ ਹੈਗਾ ਵੀ ਭਾਈ ਜੇ ਇਸ ਵਾਰੀ ਤੁਸੀਂ ਹੈ ਨਾ ਇਦਾਂ ਦਾ ਕੰਮ ਕੀਤਾ, ਪਿਛਲੀ ਵਾਰੀ ਤਾਂ ਅਸੀਂ ਭਾਈਚਾਰੇ ਨੂੰ ਜਾਂ ਇਹ ਕਹਿ ਲਓ ਵੀ ਲੋਕਾਂ ਨੂੰ ਪਤਾ ਨਹੀਂ ਸੀਗਾ ਜਾਂ ਉਹਨਾਂ ਨੇ ਜਾਣਬੁੱਝ ਕੇ ਪਤਾ ਹੁੰਦੇ ਹੋਏ ਵੀ ਇਹ ਹੇਰਾਫੇਰੀ ਕੀਤੀ, ਅਸੀਂ ਜਾਣ ਦਿੱਤੇ। ਪਰ ਇਸ ਵਾਰੀ ਇਹ ਸਾਡਾ ਚੈਲੰਜ ਆ, ਭਾਵੇਂ ਸਾਡਾ $20,000 ਲੱਗੇ ਤੇ ਚਾਹੇ ਲੱਗੇ ਲੱਖ, ਇੱਕ ਵਾਰੀ ਉਹਨਾਂ ਨੂੰ ਕੋਰਟ ਦੇ ਵਿੱਚ ਜ਼ਰੂਰ ਲਿਜਾ ਕੇ ਟੈਸਟੀਫਾਈ ਕਰਾਵਾਂਗੇ, ਸਬੂਤ ਲਿਜਾਵਾਂਗੇ। ਸਾਨੂੰ ਹੁਣ ਬੰਦੇ ਸੋਚਦੇ ਵੀ ਖਰੇ ਇਹ ਬੁੱਧੂ ਆ, ਜਿਹੜੇ ਬੰਦੇ ਟ੍ਰੇਸੀ ਮੁੰਡੀਕੇ ਦੇ ਵਿੱਚ ਯੂਬਾ ਸਿਟੀ 'ਚ ਰਹਿੰਦੇ ਆ, ਉਹਨਾਂ ਦੇ ਕੋਲ ਘਰ ਆ, ਤੁਸੀਂ ਜਦੋਂ ਮਰਜ਼ੀ ਕਾਉਂਟੀ 'ਚ ਜਾ ਕੇ ਪਤਾ ਕਰ ਲਓ, ਕਾਉਂਟੀ 'ਚ ਉਹਨਾਂ ਦਾ ਘਰ ਬੋਲਦਾ, ਘਰ ਦੇ ਵਿੱਚ ਉਹ ਲਿਖਿਆ ਵੀ ਇਹ ਪ੍ਰਾਈਮ ਰੈਜ਼ੀਡੈਂਸ ਆ, ਇਹ ਰੈਂਟਲ ਪ੍ਰਾਪਰਟੀ ਨਹੀਂ ਗੀ। ਮਤਲਬ ਕਿ ਉਹ ਸੋਚਦੇ ਵੀ ਜਿਹੜੇ ਦੂਜੇ ਪਾਸੇ ਬੈਠੇ ਆ ਨਾ ਬੰਦੇ, ਇਹ ਬੁੱਧੂ ਆ, ਇਹਨਾਂ ਨੂੰ ਕਿਸੇ ਚੀਜ਼ ਦਾ ਪਤਾ ਨਹੀਂ ਗਾ। ਪਰ ਬੇਨਤੀ ਆ ਭਰਾਵੋ, ਹੱਥ ਜੋੜ ਕੇ ਬੇਨਤੀ ਆ, ਪਿਛਲੀ ਵਾਰੀ ਤੁਸੀਂ ਬਚ ਗਏ, ਇਸ ਵਾਰੀ ਇਹ ਮਤ ਸੋਚਿਓ
ਵੀ ਤੁਸੀਂ ਕਹਿ ਕਹਾਏ ਆ ਕੇ ਵੋਟਾਂ ਪਾਉਣ ਆ ਗਏ ਆ ਤੇ ਤੁਸੀਂ ਸ਼ਿਕੰਜੇ 'ਚ ਨਹੀਂ ਫਸਣਾ। ਜੇ ਤੁਸੀਂ ਗਲਤ ਕੰਮ ਕੀਤਾ ਤੇ ਤੁਸੀਂ ਸ਼ਿਕੰਜੇ 'ਚ ਫਸੋਗੇ। ਪਰ ਇਹਨੂੰ ਵੀ ਸਭ ਕੁਝ ਛੱਡੋ, ਆਪਣੀ ਜ਼ਮੀਰ ਨੂੰ ਪੁੱਛੋ ਵੀ ਮੈਂ ਗੁਰਦੁਆਰਾ ਸਾਹਿਬ ਫਰੀਮਾਉਂਟ ਜਾਂਦਾ ਨਹੀਂ, ਮੇਰਾ ਉੱਥੇ ਕੋਈ ਕੰਟਰੀਬਿਊਸ਼ਨ ਨਹੀਂ, ਮੈਂ ਉਹਦੀ ਹੱਦਬੰਦੀ ਦੇ ਵਿੱਚ ਰਹਿੰਦਾ ਨਹੀਂ ਤੇ ਮੈਂ ਉੱਥੇ ਜਾ ਕੇ ਵੋਟ ਪਾਉਣਾ, ਮੈਂ ਆਪਣੇ ਗੁਰੂ ਪ੍ਰਤੀ ਕਿੰਨਾ ਬੇਈਮਾਨ ਹਾਂ। ਜੀ ਮਾਨ ਸਾਹਿਬ, ਇੱਥੇ ਇੱਕ ਗੱਲ ਮੈਂ ਐਡ ਕਰਾਂਗਾ ਵੀ ਗੁਰਦੁਆਰਾ ਸਾਹਿਬ ਜਾਣਾ ਜਾਂ ਨਾ ਜਾਣਾ ਉਹ ਇੱਕ ਵੱਖਰੀ ਗੱਲ ਹੈਗੀ ਆ। ਗੁਰਦੁਆਰਾ ਸਾਹਿਬ ਦੇ ਬਾਇਲਾ ਤੋਂ ਬਾਹਰ ਜਾਣਾ ਜਿਹੜਾ ਆ ਉਹ ਕਿਸੇ ਵਾਸਤੇ ਵੀ ਗਲਤ ਗੱਲ ਆ। ਮੈਂ ਇੱਥੇ ਕਿਸੇ ਵੀ ਧਿਰ ਦਾ ਪੱਖ ਨਾ ਲੈਂਦਾ ਹੋਇਆ ਇਹ ਗੱਲ ਜ਼ਰੂਰ ਕਹਾਂਗਾ ਵੀ ਸਾਨੂੰ ਜਿਹੜੀ ਇਲੈਕਸ਼ਨ ਹੈਗੀ ਆ ਉਹ ਪਾਰਦਰਸ਼ੀ ਹੀ ਕਰਾਉਣੀ ਚਾਹੀਦੀ ਆ। ਐਂਡ ਲੇਕਿਨ ਜੇ ਕੋਈ ਵੀ ਧਿਰ, ਚਾਹੇ ਸਿੱਖ ਪੰਚਾਇਤ ਆ, ਚਾਹੇ ਸਿੱਖ ਸੰਗਤ ਬੇਰੀਆ ਆ, ਕਿਸੇ ਨੂੰ ਵੀ ਬਾਹਰਲੀ ਕਾਉਂਟੀ ਤੋਂ ਬਾਇਲਾ ਦੀ ਹੱਦ ਟੱਪ ਕੇ ਵੋਟਾਂ ਪਾਉਣ ਲਈ ਕਹਿੰਦੀ ਆ ਤਾਂ ਉਹਨਾਂ ਸੰਗਤ ਦੇ ਮੈਂਬਰਾਂ ਨੂੰ ਹੀ ਇਹਨਾਂ ਨੂੰ ਜਵਾਬ ਦੇ ਦੇਣਾ ਚਾਹੀਦਾ। ਭਾਈ ਇਹ ਗੁਰਦੁਆਰੇ ਦਾ ਮਾਮਲਾ ਤੁਹਾਡਾ ਲੋਕਲ ਹੈਗਾ, ਤੁਸੀਂ ਲੋਕਲ ਸੰਗਤ ਤੋਂ ਵੋਟਾਂ ਪਵਾਓ ਤੇ ਤੁਸੀਂ ਉੱਥੇ ਆਪਣਾ ਫੈਸਲਾ ਕਰੋ। ਸੋ ਇਹ ਮੈਂ ਇੱਕ ਕਹਿਣਾ ਚਾਹਾਂਗਾ ਤੇ ਸਮਾਂ ਹੋ ਚੁੱਕਿਆ ਆ ਤੇ ਮੈਂ ਇੱਕ ਵਾਰੀ ਦੱਸ ਦੇਣਾ ਚਾਹਾਂਗਾ ਵੀ ਇਹ ਇਲੈਕਸ਼ਨ 12 ਮਾਰਚ 2023 ਦਿਨ ਐਤਵਾਰ ਨੂੰ ਫਰੀਮੌਂਟ ਗੁਰਦੁਆਰਾ ਸਾਹਿਬ ਦੇ ਵਿੱਚ ਹੋਣ ਜਾ ਰਹੀ ਆ ਤੇ ਸੰਗਤ ਨੂੰ ਬੇਨਤੀ ਹੈ ਵੀ ਤੁਸੀਂ ਦੋਨਾਂ ਧਿਰਾਂ ਦੀ ਪੂਰੀ ਤਰ੍ਹਾਂ ਛਾਣਬੀਨ ਕਰਕੇ ਜਿਹੜੇ ਵੀ ਉਮੀਦਵਾਰ 5 ਤੁਹਾਨੂੰ ਚੰਗੇ ਲੱਗਦੇ ਨੇ ਤੁਸੀਂ ਉਹਨਾਂ ਨੂੰ ਵੋਟ ਪਾਓ। ਤੇ ਮਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਂਝੀ ਸੋਚ ਟੀਵੀ ਤੇ ਆਏ, ਸਮਾਂ ਕੱਢਿਆ। ਸੋ ਅੱਗੇ ਵਾਸਤੇ ਜੇ ਆਪਾਂ ਅਗਲਾ ਕੋਸ਼ ਟਾਕ ਸ਼ੋ ਨਹੀਂ ਕਰਦੇ ਉਹਨੇ ਚਿਰ ਵਾਸਤੇ ਦਿਓ ਇਜਾਜ਼ਤ। ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਬਸ ਸਾਹਿਬ, ਤੁਹਾਨੂੰ ਵੀ ਸਾਂਝੀ ਸੋਚ ਦੇ ਟੀਵੀ ਨੂੰ ਵੀ ਤੇ ਸਾਰੀ ਸੰਗਤ ਨੂੰ, ਦਰਸ਼ਕਾਂ ਨੂੰ, ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਗੱਲ, ਤੁਹਾਡੇ ਕੋਲ ਕੋਈ ਵੀ ਸਵਾਲ ਹੈਗਾ, ਤੁਸੀਂ ਕੁਲਜੀਤ ਸਿੰਘ ਨੂੰ, ਗੁਰਦਾਵਰ ਸਿੰਘ ਮਾਨ ਨੂੰ, ਬੀਬੀ ਸਰਬਜੀਤ ਕੌਰ ਚੀਮਾ ਨੂੰ, ਹਰਜੀਤ ਸਿੰਘ ਨੂੰ, ਹਰਮਿੰਦਰ ਸਿੰਘ ਨੂੰ ਸਿੱਧਾ ਉਹਨਾਂ ਨੂੰ ਸਵਾਲ ਪੁੱਛੋ ਵੀ ਤੁਸੀਂ ਗੁਰਦੁਆਰਾ ਸਾਹਿਬ ਦੇ ਲਈ ਕੀ ਕਰੋਗੇ। ਤਾਂ ਇਹਦੇ ਨਾਲ ਮੈਂ ਇਜਾਜ਼ਤ ਲੈਣਾ। ਤੁਹਾਡਾ ਧੰਨਵਾਦ ਬਹੁਤ ਬਹੁਤ ਜੀ। ਤਾਂ ਦੋਸਤੋ, ਆਪਾਂ ਹੁਣੇ ਗੱਲਬਾਤ ਕਰ ਰਹੇ ਸੀ ਸਰਦਾਰ ਗੁਰਚਰਨ ਸਿੰਘ ਮਾਨ ਜੋ ਕਿ ਸਿੱਖ ਸੰਗਤ ਬੇਰੀਆ ਸਲੇਟ ਦੇ ਸਪੋਰਟਰ ਨੇ। ਉਹਨਾਂ ਨੇ ਥਿੰਕਿੰਗ ਟੈਂਕ ਵੀ ਨੇ। ਸੋ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰੂਫਾਂ ਦੇ ਆਧਾਰ ਦੇ ਉੱਤੇ ਆਪਣਾ ਪੱਖ ਰੱਖਿਆ ਹੈਗਾ ਆ। ਲੇਕਿਨ ਮੈਂ ਇੱਥੇ ਇੱਕ ਗੱਲ ਫਿਰ ਕਹਾਂਗਾ ਵੀ ਮੈਂ ਐਜ਼ ਏ ਬੂਟਾ ਵਾਸੀ ਸਾਂਝੀ ਸੋਚ ਟੀਵੀ ਜਾਂ ਅਦਾਰਾ ਸਾਂਝੀ ਸੋਚ ਕਿਸੇ ਵੀ ਧਿਰ ਦੀ ਸਪੋਰਟ ਨਹੀਂ ਕਰਦਾ ਤੇ ਮੈਂ ਸਿੱਖ ਪੰਚਾਇਤ ਨੂੰ, ਉਹਨਾਂ ਦੇ ਉਮੀਦਵਾਰਾਂ ਨੂੰ, ਉਹਨਾਂ ਦੇ ਸਪੋਰਟਰਾਂ ਨੂੰ ਵੀ ਖੁੱਲਾ ਸੱਦਾ ਦਿੰਦਾ ਵੀ ਉਹ ਜਦੋਂ ਮਰਜ਼ੀ ਮੇਰੇ ਨਾਲ ਸੰਪਰਕ ਕਰਕੇ ਇਸ ਟੀਵੀ ਦੇ ਆ ਕੇ ਟਾਕ ਸ਼ੋ ਕਰਕੇ ਆਪਣਾ ਪੱਖ ਰੱਖ ਸਕਦੇ ਨੇ। ਸੋ ਉਹਨੇ ਚਿਰ ਵਾਸਤੇ ਦਿਓ ਇਜਾਜ਼ਤ। ਅਗਲੇ ਹਫ਼ਤੇ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਫਿਰ ਮਿਲਾਂਗੇ। ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।